ਮਾਛੀ ਟੀ ਵੀ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਾਸ ਸੋਹਣ ਸਿੰਘ ਬੜਬੁੱਗਾ ਅਤੇ ਮੋਹਨ ਲਾਲ ਗੱਡੂ ਜੀ ਵੱਲੋਂ ਪਿਆਰ ਭਰੀ ਜੈ ਗੁਰਦੇਵ। ਉਮੀਦ ਹੈ ਕਿ ਤੁਹਾਡਾ ਹਫ਼ਤਾ ਪਿਛਲਾ ਬੜਾ ਸੋਹਣਾ ਗੁਜ਼ਰਿਆ ਹੋਵੇਗਾ। ਆਓ ਉਸ ਸੱਚੇ ਦਾਤਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਨਾਨਕ ਜੀ, ਭਗਵਾਨ ਵਾਲਮੀਕੀ ਅਤੇ ਹੋਰ ਸਾਰੇ ਮਹਾਂਪੁਰਸ਼ਾਂ ਦਾ ਓਟ ਆਸਰਾ ਲੈਂਦੇ ਹੋਏ, ਆਸ਼ੀਰਵਾਦ ਲੈਂਦੇ ਹੋਏ ਪ੍ਰੋਗਰਾਮ ਜਾਗਰਤੀ ਸ਼ੁਰੂ ਕਰੀਏ। ਅਤੇ ਹੋਰ ਜਿੱਦਾਂ ਇਹ ਬੜਾ ਮੈਗਜ਼ੀਨ ਪ੍ਰੋਗਰਾਮ ਹੈ, ਇਹਦੇ ਵਿੱਚ ਅਸੀਂ ਜਿਹੜੀਆਂ ਸਾਡੇ ਸਮਾਜ ਨਾਲ ਸਾਡੇ ਨਾਲ ਕੰਸਰਨ ਚੀਜ਼ਾਂ ਪਹਿਲਾਂ ਅਸੀਂ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਅਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਸਾਡੀ ਤਾਂ ਬੇਨਤੀ ਇਹੀ ਹੁੰਦੀ ਹੈ ਵੀ ਤੁਸੀਂ ਭਾਗ ਲਾਓ, ਪਰ ਆਪਣਾ 2 ਮਿੰਟ ਦੇ ਵਿੱਚ ਜੋ ਵੀ ਮੈਸੇਜ ਹੈ ਉਹ ਦੇ ਕੇ, ਤਾਂ ਕਿ ਸਾਨੂੰ ਨਾ ਕਹਿਣਾ ਪਵੇ ਵੀ ਹੁਣ ਪਲੀਜ਼ ਤੁਸੀਂ ਬਸ ਕਰੋ। ਸੋ ਬੜੀ ਬੇਨਤੀ ਹੈ। ਗੱਡੀ ਸਾਹਿਬ ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਸੋ ਅਸੀਂ ਜਿੱਦਾਂ ਕਰਦੇ ਹਾਂ, ਪਹਿਲਾਂ ਘਟਨਾਵਾਂ ਜਿਹੜੀਆਂ ਹੋਈਆਂ ਸਾਡੇ ਨਾਲ ਸੰਬੰਧਿਤ ਅਤੇ ਉਹਨਾਂ ਬਾਰੇ ਕਰਦੇ ਹਾਂ। ਅਤੇ ਆਹ 2 ਜਿਹੜੇ ਐਕਸੀਡੈਂਟ ਹੋਏ ਆ ਜੀ ਉੱਥੇ ਪਿਛਲੇ ਦਿਨਾਂ ਦੇ ਵਿੱਚ ਬੜੇ ਹੀ ਮੰਦਭਾਗੇ ਆ, ਬਹੁਤ ਹੀ ਦਿਲ ਦੁਖੀ ਹੁੰਦਾ। ਪਹਿਲਾਂ ਤਾਂ ਇੱਕ ਜਿਹੜੀ ਬੱਸ ਸੀਗੀ ਸ਼ਿਮਲਾ ਏਰੀਏ ਦੇ ਵਿੱਚ, ਫਿਊਗ ਨਾਂ ਆ ਉਹਦਾ, ਬੱਸ ਡਿੱਗ ਪਈ 500 ਫੁੱਟ ਡੂੰਘੀ ਥੱਲੇ। ਇੰਨੀ ਦੇਖ ਲਓ ਵੀ ਤੁਸੀਂ, ਅੱਗੇ ਵੀ ਅਸੀਂ ਕੀਤਾ ਇਹਦੇ ਬਾਰੇ ਮੈਨਸ਼ਨ, ਅਤੇ ਉਹ 'ਚ 8 ਮੌਤਾਂ ਹੋਈਆਂ, 20 ਬੰਦੇ ਗੰਭੀਰ ਜ਼ਖਮੀ, ਔਰਤਾਂ ਬੱਚੇ, ਅਤੇ ਬੜਾ ਦਿਲ ਹਿਲਾਉਣ ਵਾਲੀ ਗੱਲ ਆ। ਅਤੇ ਸਾਡੇ ਗੌਰਮੈਂਟਾਂ ਨੂੰ ਜੋ ਵੀ ਹੈ ਕੋਈ ਕੰਸਰਨ, ਪਲੀਜ਼ ਉਹਨਾਂ 'ਤੇ ਪ੍ਰੈਸ਼ਰ ਪਾਓ, ਇਹਦਾ ਕੁਛ ਨਾ ਕੁਛ ਕਰੋ। ਅਤੇ ਦੂਜੀ ਘਟਨਾ ਹੋਈ ਹੈ ਜੀ, ਆ ਜਿਹੜੀ ਐਕਸੀਡੈਂਟ ਦੀ, ਇਹ ਨੰਦੇੜ ਸਾਹਿਬ ਮਹਾਰਾਜ ਦੇ ਜਿਹੜਾ ਜਿੱਥੇ ਹੈ ਜਾਂਦੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ 10ਵੇਂ ਪਾਤਸ਼ਾਹ, ਉੱਥੇ ਇੱਕ ਹਰਿਆਣਾ ਅਤੇ ਪੰਜਾਬ ਦੇ ਇੱਕ ਬੱਸ ਹਾਇਰ ਕੀਤੀ ਹੋਈ ਸੀਗੀ, ਟੈਕਸੀ ਕਹਿ ਸਕੋ, ਮੱਥਾ ਟੇਕਣ ਗਏ ਅਤੇ ਉਹਨਾਂ ਦੀ ਇੱਕ ਟਰੱਕ ਦੇ ਨਾਲ ਆਮੋ ਸਾਹਮਣੀ ਟੱਕਰ ਹੋ ਗਈ ਅਤੇ ਉੱਥੇ 11 ਇਸਤਰੀਆਂ ਬੰਦਿਆਂ ਦੀ ਮੌਤ ਹੋ ਗਈ ਹੈ। ਇਹ ਵੀ ਬੜਾ ਅਸੀਂ ਪਰਮਾਤਮਾ ਸੱਚੇ ਪਾਤਸ਼ਾਹ ਨੂੰ ਕਹਿੰਦੇ ਹਾਂ, ਇਹਨਾਂ ਦੇ ਪਰਿਵਾਰਾਂ ਨੂੰ। ਇਹ ਹੈਗੀ ਜੀ ਹੁਣ ਤਾਂ ਇਹਦੀਆਂ ਐਕਸੀਡੈਂਟ ਦੀਆਂ, ਜੇ ਤੁਸੀਂ ਇਹਦੇ ਬਾਰੇ ਕੁਛ ਕਹਿਣਾ ਤਾਂ। ਇਹ ਜੀ ਬਹੁਤ ਮੰਦਭਾਗੀ ਗੱਲ ਆ, ਜਿਹੜੇ ਪਰਿਵਾਰ, ਦੋਸਤ ਮਿੱਤਰ ਛੁੱਟੀ ਕਰਨ ਜਾਂਦੇ ਨੇ ਜਾਂ ਧਾਰਮਿਕ ਪਲੇਸਾਂ ਨੂੰ ਦੇਖਣ ਜਾਂਦੇ ਨੇ, ਜਿੱਦਾਂ ਤੁਸੀਂ ਨੰਦੇੜ ਸਾਹਿਬ ਦੀ ਗੱਲ ਕੀਤੀ ਹੈ, ਇਹ ਕਦੋਂ ਦਾ ਹੀ ਮਾਮਲਾ ਇਸ ਤਰ੍ਹਾਂ ਦਾ ਚੱਲਦਾ। ਹਰ ਵਾਰੀ ਕੋਈ ਨਾ ਕੋਈ ਬੱਸ ਹੁੰਦੀ ਆ ਜਾਂ ਟਰੱਕ ਤਾਂ ਬੱਸ ਦੀ ਟੱਕਰ ਹੋ ਜਾਂਦੀ ਆ। ਇਹਦੇ ਵਿੱਚ ਜਿਹੜਾ ਉਹ ਇੱਕ ਯਾਤਰੂ ਸਥਾਨ ਜਿਹਨਾਂ ਨੂੰ ਵਿਜ਼ਿਟ ਕਰਦੇ ਆ ਲੋਕ, ਬਹੁਤ ਜਾਂਦੇ ਆ, ਉਹ ਬਣਿਆ ਆ। ਉਹਦੇ ਲਈ ਇਹਨਾਂ ਨੂੰ, ਗੌਰਮੈਂਟ ਨੂੰ ਜ਼ਰੂਰ ਕੋਈ ਨਾ ਕੋਈ ਜਿਹੜੀ ਸੇਫਟੀ ਆ, ਪਬਲਿਕ ਸੇਫਟੀ ਆ, ਉਹ ਕਰਨੀ ਚਾਹੀਦੀ ਆ। ਬਾਕੀ ਜਿਹੜੇ ਵਹੀਕਲ ਆ, ਟਰੱਕ ਵਗੈਰਾ ਜਾਂ ਹੋਰ ਆ, ਉਹਨਾਂ 'ਤੇ ਨਿਗਾਹ ਰੱਖਣ ਕਿ ਇਹਨਾਂ ਦੀਆਂ ਬ੍ਰੇਕਾਂ ਸ਼ਰੇਕਾਂ ਕੰਮ ਕਰਦੀਆਂ ਜਾਂ ਪੈਟਰੋਲ ਹੈਗਾ ਜਾਂ ਕਿੱਦਾਂ। ਜਿਹੜੇ ਚਲਾਉਣ ਵਾਲੇ ਆ ਇਹਨਾਂ ਦਾ ਸਿਰ ਠੀਕ ਆ ਜਾਂ ਕਿੱਦਾਂ, ਗਰਮੀ 'ਚ ਆ ਕੇ ਹੋਰ ਵੀ। ਹਿਮਾਚਲ ਤਾਂ ਗੱਡੂ ਸਾਹਿਬ ਮੈਂ ਦੇਖਿਆ, ਜਦ ਹੀ ਮੈਂ ਹੋਸ਼ ਸੰਭਾਲੀ, ਉੱਥੇ ਬੱਸਾਂ ਟਰੱਕ ਡਿੱਗਦੇ ਹੀ ਡਿੱਗਦੇ ਆ। ਇਹ ਕਿਉਂ ਨਹੀਂ ਕਰਦੇ ਕੁਛ? ਦੇਖੋ ਇਹ ਜਿਹੜਾ ਮਸਲਾ ਹੈ ਨਾ, ਕੋਈ ਇਹ 'ਚ ਗਰੀਬੀ ਤਾਂ ਨਹੀਂ ਆਉਣ ਲੱਗੀ? ਐਡਾ ਵੱਡਾ ਮੁਲਕ ਆ ਜੇ ਉਹਦੀ ਰੇਲਿੰਗ ਲਵਾ ਲੈਣ। ਗਰੀਬੀ ਆਪਣੇ ਬੜਭੱਗਾ ਸਾਹਿਬ, ਗਰੀਬੀ ਦਾ ਕੋਈ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਇੰਨੀ ਉੱਥੇ ਜਨਸੰਖਿਆ ਆਪਣੇ ਹਿੰਦੁਸਤਾਨ ਦੀ, ਜਿੱਦਣ ਬੱਚਾ ਜੰਮਦਾ ਉਦਣ ਹੀ ਟੈਕਸ ਲੱਗ ਜਾਂਦਾ ਉਹਦੇ 'ਤੇ, ਹਲੇ ਔਖਾ ਨਹੀਂ ਘਾੜਦਾ। ਜਿੱਦਾਂ ਸੈਂਸਸ ਦੇ ਵਿੱਚ ਆਉਂਦਾ ਨਾ ਕਿ ਸੈਂਸਸ ਦੇ ਪੈਸੇ ਮਿਲਦੇ ਆ ਹਰ ਇੱਕ ਬੱਚੇ ਨੂੰ, ਉੱਦਾਂ ਮਿਲਦੀ। ਇੰਨਾ ਇਹਨਾਂ ਕੋਲ ਫੰਡ ਆ, ਸਾਰੀ ਦੁਨੀਆ ਦੀ ਵਰਲਡ ਦੇ ਵਿੱਚੋਂ ਲੈਂਦੀ ਆ ਗੌਰਮੈਂਟ ਜੀ। ਜਿਹੜੇ ਡਿਪਾਰਟਮੈਂਟ ਆ, ਟਰਾਂਸਪੋਰਟ ਡਿਪਾਰਟਮੈਂਟ ਆ, ਜਿਹੜੇ ਰੂਟ ਆ, ਉਹਨਾਂ ਨੂੰ ਇਹ ਸਵਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਪੈਸੇ ਮਿਲਦੇ ਆ, ਫੰਡ ਗੌਰਮੈਂਟ ਤੋਂ ਮਿਲਦਾ ਹੈਗਾ। ਜੇ ਜਿਹੜਾ ਬੰਦਾ ਨਾ ਕਾਰੀਗਰ ਹੈ, ਜਿਹਨੂੰ ਪਤਾ ਆ, ਇੱਥੇ ਵਾਂਗੂ ਸਿਲਸਿਲਾ ਉੱਥੇ ਹੈ। ਅਨਫੋਰਚੂਨੇਟਲੀ ਜਿਹੜੇ ਪੈਸੇ ਫੰਡ ਮਿਲਦੇ ਪਬਲਿਕ ਦੇ ਵਾਸਤੇ ਉੱਤੇ ਲਾਉਣ ਲਈ, ਆ ਜਿਹੜੀ ਯਾਤਰਾ ਦੀ ਜਗ੍ਹਾ ਜਾਂਦੇ ਆ, ਉੱਥੋਂ ਉਹਨਾਂ ਨੂੰ ਇੰਨੀ ਵੱਡੀ ਆਮਦਨ ਹੁੰਦੀ ਹੈ, ਇੰਨੀ ਵੱਡਾ ਨਾਂ ਹੁੰਦਾ ਹਿੰਦੁਸਤਾਨ, ਭਾਰਤ ਵਰਸ਼ ਦਾ, ਇੰਨੇ ਲੋਕ ਇੱਥੇ ਆਉਂਦੇ ਆ। ਰਾਹ ਜਿਹੜੇ ਹੈਗੇ ਆ ਉਹ ਉੱਥੇ ਟੁੱਟੇ ਫਿਰਦੇ, ਗੱਡੀ ਇਹਨੂੰ ਚਲ ਜਾਂਦੀ ਹੈ, ਕਦੀ ਟੱਕਰ ਖਾ ਜਾਂਦੇ ਆ। ਬੱਚੇ ਬੜੇ, ਫਿਰ ਪਰਿਵਾਰ ਜਾਂਦੇ ਆ ਸ਼ਰਧਾ ਦੇ ਨਾਲ ਮੱਥਾ ਟੇਕਣ ਜਾਂ ਯਾਦ ਆਪਣੇ ਸਾਹਿਬਾਂ ਨੂੰ ਯਾਦ ਕਰਦੇ ਆ, ਪਰ ਉੱਥੇ ਜਾ ਕੇ ਜਦੋਂ ਵਾਪਸ ਆ ਜਾਂਦੇ ਆ ਤਾਂ ਉਹਦਾ ਦਿਲ ਟੁੱਟ ਜਾਂਦਾ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖ। ਸੜਕਾਂ ਹੈ ਨਹੀਂ, ਕਾਰਾਂ ਗੱਡੀਆਂ ਬਹੁਤ ਹੋ ਗਈਆਂ, ਦੇਖ ਲਓ, ਪਾਰਕਿੰਗ ਲਈ ਜਗ੍ਹਾ ਹੈ ਨਹੀਂ ਉੱਥੇ। ਰੋਡ ਰੇਜ ਦੇ ਬੜੇ ਹੁੰਦੇ, ਲੜਾਈਆਂ ਆਪਸ ਵਿੱਚ ਹੀ। ਅਤੇ ਇਹ ਗੌਰਮੈਂਟ ਕਦੋਂ ਬਾਹਰ ਆਉਂਦੇ, ਇਹਨਾਂ ਦੇ ਲੀਡਰ ਹੋਰ ਸਾਰੇ ਕਿਉਂ ਨਹੀਂ ਦੇਖਦੇ ਵੀ ਇੱਥੇ ਕੀ ਆ, ਅਸੀਂ ਕੀ ਕਰਨੇ ਆ? ਇਹ ਤੁਸੀਂ ਦੇਖੋਗੇ ਬੜਭੱਗਾ ਸਾਹਿਬ, ਜਿਹੜੇ ਲੀਡਰ ਆ ਨਾ, ਸਪੋਜ਼ ਆ ਹੁਣ ਨਵੀਂ ਪਾਰਟੀ ਆਈ ਆ, ਇਹਨਾਂ ਨੇ ਜਿਹੜੇ ਇਹਨਾਂ ਦੇ ਉੱਤੇ ਕੁਛ ਕੇਸ 20-25 ਸਾਲਾਂ ਦੇ, 10 ਸਾਲਾਂ ਦੇ ਹੋਏ ਨਾ, ਪਿਛਲੀ ਪਾਰਟੀ ਨੇ ਕੀਤੇ ਹੋਏ ਆ,
ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਆ। ਦੂਸਰੀ ਪਾਰਟੀ ਨੇ ਐਲੀਗੇਸ਼ਨ ਹੀ ਲਾਈ ਜਾਣੇ ਆ ਵੀ ਇਹ ਖਾ ਗਏ, ਇਹ ਚੋਰ ਵਾ। ਜਦੋਂ ਉਹ ਆ ਗਏ ਇਹਨਾਂ ਨੇ ਕਰਨ ਲੱਗ ਪੈਣਾ। ਇਹਨਾਂ ਦੀ ਆਪਸ ਵਿੱਚ ਹੀ ਜਿਹੜੀ ਗੱਲ ਉਹ ਹੋਈ, ਆਪਣਾ ਜਿਹੜਾ ਖਿੱਲਾ ਪਾ ਕੇ ਪਬਲਿਕ ਨੂੰ ਦੂਏ ਪਾਸੇ ਮੋੜ ਲੈ ਜਾਂਦੇ ਆ। ਅਸਲੀ ਮੁੱਦੇ ਤੇ ਆਉਂਦੇ ਹੀ ਨਹੀਂ ਇਹ ਕਿਸੇ ਨੂੰ, ਨਾ ਕੋਈ ਇਹਨਾਂ ਨੂੰ ਪਬਲਿਕ ਲਿਆਉਂਦੀ ਆ। ਜੇ ਕੋਈ ਲਿਆਉਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹਨੂੰ ਕਹਿੰਦੇ ਤੂੰ ਆ ਆਪਣਾ ਝੋਲੀ ਪਾੜ ਤੋਂ ਆਪਣਾ ਕਰ ਬੈਠ। ਤਾਂ ਜੀ ਸੱਚਾ ਪਾਤਸ਼ਾਹ ਮਿਹਰ ਕਰੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ ਆ। ਬਿਲਕੁਲ ਜੀ, ਸਾਰੀ ਉਮਰ ਦਾ ਹੀ ਇਹ ਰੋਗ ਲੱਗ ਜਾਂਦਾ ਜੀ। ਦੇਖੋ ਰੋਗ ਵੀ ਇੱਦਾਂ ਦਾ ਹੈ ਕਿ ਇੱਕ ਧਾਰਮਿਕ ਪਲੇਸਾਂ ਤੇ ਗਏ ਆ। ਸ਼ਿਮਲਾ ਇੱਕ ਬਹੁਤ ਦੁਨੀਆ ਤੋਂ ਬੜੇ ਲੋਕ ਉੱਥੇ ਆਉਂਦੇ ਆ। ਦੇਖ ਲਓ ਤੁਸੀਂ ਵੀ, ਤੁਹਾਡੀ ਵੀ ਉਮਰ ਕਾਫੀ ਹੋ ਗਈ, ਕਿੰਨੇ ਐਕਸੀਡੈਂਟ ਹੁੰਦੇ ਆ ਸ਼ਿਮਲੇ ਦੇ ਵਿੱਚ, ਕਿੰਨੀਆਂ। ਇਹ ਫਿਰ ਵੀ ਚੁੱਪ ਕਰਕੇ ਬਸ 1-2-4 ਦਿਨ ਕਰਦੇ ਆ, ਦੈਟਸ ਇਟ। ਹਾਂ ਚਲੋ ਅਸੀਂ ਅੱਗੇ ਚੱਲਦੇ ਹਾਂ ਹੁਣ। ਜ਼ਰੂਰ ਗਵਰਨਮੈਂਟ ਨੂੰ ਕੁਝ ਕਰਨਾ ਚਾਹੀਦਾ। ਤੇ ਇੱਕ ਹੋਰ ਦੇਖੋ ਜੀ, ਜਾਤੀ ਨਫ਼ਰਤ ਦੀ ਇੱਕ ਹੋਰ ਘਟਨਾ ਬੜੀ ਵਾਇਰਲ ਹੋਈ ਹੈ, ਵੀਡੀਓ ਵੀ ਆਏ ਆ। ਯੂਪੀ ਦੇ ਅਲੀਗੜ੍ਹ ਦਾ ਜਿਹੜੀ ਕੋਰਟ ਆ, ਉੱਥੇ ਇੱਕ ਸ਼ੂਦਰ ਜਾਤ ਦੀ ਔਰਤ ਮੈਜਿਸਟ੍ਰੇਟ ਸੀਗੀ ਲੱਗੀ, ਉਹਦਾ ਜਿਹੜਾ ਚਪੜਾਸੀ ਸੀਗਾ ਉਹ 'ਚ ਜਾਤੀ ਸੀ। ਤੇ ਉਹ ਕੀ ਕਰਦਾ ਸੀ, ਜਦੋਂ ਪਾਣੀ ਦਾ ਗਲਾਸ ਉਹਨੂੰ ਰੱਖਣਾ ਪੈਂਦਾ ਸੀ, ਉਹ ਪਹਿਲਾਂ ਥੁੱਕਦਾ ਸੀ ਉਹਦੇ ਵਿੱਚ, ਪਾਣੀ ਦੇ ਗਲਾਸ ਵਿੱਚ ਥੁੱਕ ਕੇ। ਜਾਂ ਹੁਣ ਪਤਾ ਲੱਗਦਾ, ਫਿਰ ਉਹਨੂੰ ਸ਼ੱਕ ਪੈ ਗਈ। ਉਹਨੇ ਫਿਰ ਉੱਥੇ CCTV ਕੈਮਰੇ ਲਵਾਏ, ਉਹਨੂੰ ਨਹੀਂ ਸੀ ਪਤਾ। ਫਿਰ ਉਹ ਵਾਕਿਆ ਹੀ ਉਹਦੇ ਵਿੱਚ ਗਲਾਸ ਥੁੱਕਦਾ, ਫਿਰ ਉਹਨੂੰ ਵੇਟ ਕਰਦਾ ਪਈ ਵਿੱਚ ਮਿਲ ਜਾਵੇ ਹੁਣ ਚੰਗੀ ਤਰ੍ਹਾਂ ਫਿਰ ਉਹਨੂੰ ਫੜ ਲਿਆ। ਇਹਨਾਂ ਮਤਲਬ ਕਿੰਨੀ ਜਾਣੀ ਦਿਲਾਂ ਦੇ ਵਿੱਚ ਇਹ ਜਾਤੀ ਨਫ਼ਰਤ ਆ। ਮੈਂ ਤਾਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਸੋਚ ਨੂੰ। ਨੋ ਜੀ, ਇਹ ਜਿਹੜੀ ਪੱਗਾ ਸਾਹਿਬ, ਜਿਹੜੀ ਇਹ ਉੱਚੀ ਜਾਤੀਆਂ ਪਾਤੀਆਂ ਦੇ ਝਗੜੇ ਜਿੱਦਾਂ ਸਦੀਆਂ ਲੰਘ ਗਈਆਂ, ਜਿੱਦਾਂ ਨਹੀਂ ਪਾਇਆ ਨਾ, ਤੇ ਸ਼ਰਮ ਦੀ ਗੱਲ ਕਰਦੇ ਆ, ਸ਼ਰਮ ਪ੍ਰੂਫ ਆ। ਇਹਨਾਂ ਨੂੰ ਕੋਈ ਇਹਨਾਂ ਚੀਜ਼ਾਂ ਦੇ ਬਾਰੇ ਨਹੀਂ ਕਿ ਬੰਦਾ ਕੌਣ। ਇਹਨਾਂ ਨੂੰ ਸਿਰਫ ਨਹੀਂ ਨਾਂ ਸੁਣ ਕੇ ਜਾਂ ਜਾਤ ਦਾ ਨਾਂ ਸੁਣ ਕੇ ਇਹਨਾਂ ਨੂੰ ਬਿਲਕੁਲ ਇਹਨਾਂ ਨੂੰ ਬੁਖਾਰ ਚੜ੍ਹਦਾ ਆ, ਥੁੱਕਦੇ ਆ, ਕੁਛ ਉਹ ਕਰਦੇ ਆ। ਇੱਕ ਪੈਸੇ ਦਾ ਬੰਦਾ ਨਹੀਂ ਹੁੰਦਾ ਜਿਹੜਾ ਤੁਹਾਡੇ ਵਰਗੇ ਸੱਜਣਾਂ ਨੂੰ ਪੜ੍ਹੇ ਲਿਖਿਆਂ ਦੇ ਉੱਤੇ ਥੁੱਕਣ ਦੀ ਕੋਸ਼ਿਸ਼ ਕਰਦਾ। ਇਹ ਕੋਈ ਇਨਸਾਨੀਅਤ ਨਹੀਂ। ਇਹ ਤਾਂ ਇਨਸਾਨੀਅਤ ਸਭ ਕਦਰਾਂ ਕੀਮਤ ਜਿਹੜੀਆਂ ਹੈਗੀਆਂ ਆ ਮਨੋਵਾਦ ਦੇ ਵਿੱਚ ਲਿਆ ਕੇ ਇਹਨਾਂ ਨੇ ਖਤਮ ਕੀਤੀਆਂ ਜਿਹੜੀਆਂ ਚੀਜ਼ਾਂ ਹੈਗੀਆਂ। ਇਹਨਾਂ ਨੂੰ ਰੋਕਣ ਲਈ ਇੱਕੋ ਹੀ ਤਰੀਕਾ ਆ, ਟਿਟ ਫॉर ਟੈਟ। ਨਹੀਂ ਹੁਣ ਉਹਨੂੰ ਸਸਪੈਂਡ ਤਾਂ ਕਰਤਾ, ਖੈਰ ਉਹਨੂੰ ਜੇਲ੍ਹ ਵੀ ਕਹਿੰਦੇ ਹੋਣੀ ਆ। ਹੁਣ ਸਾਰੇ ਜਿਹੜਾ ਸਮਾਜ ਹੈ ਨਾ ਲੱਗਾ ਹੈ ਵੀ ਚਲੋ ਇਹ ਤਾਂ ਗਲਤੀ ਹੋ ਪਈ। ਗਲਤੀ ਇੰਨੀ ਪਤਾ ਨਹੀਂ ਕਿੰਨੇ ਚਿਰ ਦਾ ਥੁੱਕ ਸੁੱਟ ਕੇ ਬੁਲਾਉਂਦਾ ਰਿਹਾ ਉਸ ਮੈਜਿਸਟ੍ਰੇਟ ਨੂੰ। ਤਾਂ ਹੀ ਮੈਂ ਕਹਿੰਦਾ ਦਰਸ਼ਕੋ, ਆਪਣੇ ਬੱਚਿਆਂ ਨੂੰ ਪੜ੍ਹਾਵੋ। ਅੱਜ ਜੇ ਮੈਜਿਸਟ੍ਰੇਟ ਨਾ ਹੋਇਆ, ਉਹ ਐਕਸ਼ਨ ਉਹਨੇ ਲਿਆ ਔਰ ਲੈ ਰਹੀ ਆ। ਤੁਸੀਂ ਜੇ ਅਸੀਂ ਇੱਦਾਂ ਦੇ ਹੁੰਦੇ, ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਪਤਾ ਨਹੀਂ ਸਾਨੂੰ ਕਿੰਨੇ ਕੁ ਲੋਕ ਇੱਦਾਂ ਦੇ ਕਰਦੇ ਨਫ਼ਰਤ। ਸਾਡੀਆਂ ਔਰਤਾਂ ਜਿਹੜੀਆਂ ਕੰਮ ਕਰਦੀਆਂ ਬਾਹਰ ਜਾਂ ਹੋਰ, ਉਹਨਾਂ ਨਾਲ ਕਿੰਨੀ ਦੁਰਦਸ਼ਾ ਹੁੰਦੀ ਆ। ਇਹ ਤਾਂ ਸਾਹਮਣੇ ਕੋਈ ਚੀਜ਼ ਆਉਂਦੀ ਆ। ਸੋ ਪੜ੍ਹਾਈ ਬਹੁਤ ਜ਼ਰੂਰੀ ਹੈ, ਮੇਰੀ ਬੇਨਤੀ ਹੈ। ਮੈਂ ਹਮੇਸ਼ਾ ਕਹਿੰਦਾ ਪੜ੍ਹਾਈ ਕਰੋ, ਕੁਛ ਬਣੋ। ਹੁਣ ਇੱਦਾਂ ਦੇ ਆ ਜੇ ਮੈਜਿਸਟ੍ਰੇਟ ਸੀਗੀ ਤਾਂ ਉਹਦਾ ਰੋਹ ਬਣਿਆ, ਉਹਦਾ ਕਾਫੀ ਰੌਲਾ ਪਿਆ। ਇਹ TV 'ਚ ਵੀ ਇਹ ਇੱਕ ਦਿਖਾਇਆ ਉਹਨਾਂ ਨੇ। ਸੋ ਇਹ ਪੜ੍ਹਾਈ ਬਹੁਤ ਜ਼ਰੂਰੀ ਆ। ਤੇ ਇਹ ਤੋਂ ਅੱਗੇ ਚੱਲੀਏ ਜੀ ਹੁਣ। ਚਲੋ ਅੱਗੇ ਚਲੋ ਨਾ। ਅੱਛਾ ਜੀ, ਇੱਕ ਸਾਡੇ ਹੈਗੀ ਸਟੇਟ ਬਹੁਤ ਛੋਟੀ ਜਿਹੀ ਮੇਘਾਲਿਆ, ਉੱਥੇ ਦੀ ਉਹਨਾਂ ਦੀ ਜਿਹੜੀ ਕੈਪੀਟਲ ਆ ਉਹ ਸ਼ਿਲਾਂਗ ਆ। ਸ਼ਿਲਾਂਗ ਇਹ ਬੰਗਲਾਦੇਸ਼ ਦੇ ਨਾਲ ਲੱਗਦਾ, ਬਹੁਤ ਛੋਟਾ ਜਿਹਾ ਸਟੇਟ ਆ ਇਹ। 3.25 ਲੱਖ ਦੀ ਆਬਾਦੀ ਸਾਰੀ ਇਹਦੀ, ਤੇ 22,430 ਸਕੁਅਰ ਮੀਟਰ ਦਾ ਜਿਹੜਾ ਏਰੀਆ ਆ। ਇਹ ਦੁਨੀਆ ਦਾ ਇਹ ਸਪਾਟ ਉਹ ਆ ਜਿੱਥੇ ਸਾਰਿਆਂ ਨਾਲੋਂ ਜ਼ਿਆਦਾ ਮੀਂਹ ਪੈਂਦਾ, ਤੇ ਇਸ ਕਰਕੇ ਵੀ ਬੜਾ ਪਾਪੂਲਰ। ਇੱਥੇ ਜਿਹੜੀ ਹੋਈ ਹੈ ਜੀ, ਇੱਥੇ ਜਿਹੜੇ ਸਿੱਖ ਪਰਿਵਾਰ ਆ, ਪੰਜਾਬੀ ਪਰਿਵਾਰ ਰਹਿੰਦੇ ਸੀ, ਉਹਨਾਂ ਦੇ ਉੱਤੇ ਉਹਨਾਂ ਦੀ ਇੱਕ ਲੜਕੀ ਦੇ ਨਾਲ ਇੱਕ ਘਾਸੀ ਆ ਉੱਥੇ ਦੀ ਕੋਈ ਜਾਤ, ਉਹਨਾਂ ਦਾ ਡਰਾਈਵਰ ਸੀ, ਉਹਨੇ ਬਦਤਮੀਜ਼ੀ ਕੀਤੀ। ਉਹਨੂੰ ਦੱਸਿਆ, ਉੱਥੇ ਫਿਰ ਇਹਨਾਂ ਦਾ ਝਗੜਾ ਹੋਇਆ ਤੇ ਉੱਥੇ ਬਹੁਤ ਰੌਲਾ ਪਿਆ ਆ। ਅਜੇ ਵੀ ਕਰਫਿਊ ਲੱਗਾ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬੰਦੇ ਭੇਜੇ ਆ ਤੇ ਗੌਰਮੈਂਟ ਨੇ ਵੀ ਆਪਣੀ ਆਰਮੀ ਵਗੈਰਾ ਲਾਈ ਹੋਆ। ਪਰ ਅੱਜ ਵੀ ਮੈਂ ਦੇਖਿਆ ਜੀ ਉੱਥੇ ਟੈਰੀਬਲ ਸਟੇਟ, ਤੇ ਸਾਨੂੰ ਇੱਦਾਂ ਦੀ ਜਗ੍ਹਾ ਲਈ ਇਕੱਠੇ ਹੋਣਾ ਪੈਂਦਾ। ਅੱਛਾ, ਇਹ ਉੱਥੇ ਸਾਡੇ ਇੰਡੀਅਨ ਗਏ ਕਿੱਦਾਂ? ਜਦੋਂ World War II ਸੀ ਨਾ, ਗੋਰਿਆਂ ਦੀ ਆਰਮੀ ਦੇ ਵਿੱਚ ਸਾਡੇ ਬੰਦੇ ਬਹੁਤ ਸੀਗੇ। ਉਹਨੇ ਫਿਰ ਸਮਝ ਆ ਇੱਥੇ ਹੀ ਉਹਨੇ ਉੱਥੇ ਟਿਕਾਣਾ ਬਣਾ ਲਿਆ। ਸੋ ਸਾਡੀ ਬਹੁਤ ਘੱਟ ਗਿਣਤੀ ਆ। ਸੋ ਭਰਾਵੋ, ਇਹ ਜ਼ਰੂਰ ਇਹਦੇ ਬਾਰੇ ਕਰੋ ਜੀ। ਇਹਦਾ ਵੀ ਹੈ ਇਹ ਜ਼ੁਲਮ। ਮੈਂ ਵੀ ਜਿੰਨੇ ਵੀ ਨਾ ਉਹ ਸਿੱਖ ਜਿਹੜੀ ਹੈ ਉਹ ਸ਼ੂਦਰ ਹੀ ਆ ਜ਼ਿਆਦਾ, ਮੇਨਲੀ ਉਹੀ ਆ। ਸੋ ਚਲੋ ਕੋਈ ਵੀ ਹੋਵੇ, ਹੈ ਤਾਂ ਅਸੀਂ ਪੰਜਾਬੀ ਸਾਰੇ। ਸੋ ਇਹਦੇ ਬਾਰੇ ਵੀ ਕੀ ਕਹੋਗੇ ਜੀ ਤੁਸੀਂ? ਇਹਦੇ ਬਾਰੇ ਮੈਂ ਖੁਸ਼ੀ ਇੱਕ ਚੀਜ਼ ਦੀ ਮੈਨੂੰ ਆ ਕਿ ਜਿਹੜੀ ਲੜਕੀ ਨੂੰ ਇਹਨੇ ਛੇੜਿਆ, ਸ਼ਰਾਰਤ ਕੀਤੀ ਆ ਮੁੰਡਿਆਂ ਨੇ ਨਾ, ਉਹ ਜਿਹੜੇ ਉਧਰਲੇ ਸੀਗੇ, ਉਹਨਾਂ ਨੂੰ ਲੜਕੀਆਂ ਨੇ ਕਟਾਪਾ ਚਾੜਿਆ ਲੜਕੀਆਂ ਨੇ ਕਟਾਪਾ ਚਾੜਦੇ ਚੂੜਦੇ। ਫਿਰ ਉਹਨਾਂ ਨੂੰ ਜਿਹੜੇ ਬਾਕੀ ਦੇ ਉਧਰ ਲੋਕ ਆ, ਉਹਨਾਂ ਨੂੰ ਗੁੱਸਾ ਆ ਗਿਆ।
ਉਹਨਾਂ ਨੇ ਆਣ ਕੇ ਫਿਰ ਇਹ ਜਿਹੜੀ ਜਿਨ੍ਹਾਂ ਨੂੰ ਆਪਾਂ ਸਿੱਖ ਨੇ ਇਹਨਾਂ ਤੇ ਅਟੈਕ ਕੀਤਾ ਸਿੱਖਾਂ ਤੇ ਆਣ ਕੇ। ਆਹ ਇੱਕ ਤਾਂ ਉਹ ਕੀਤਾ, ਦੂਸਰਾ ਜਿਹੜਾ ਉਹਦੇ ਮਗਰ ਇੱਕ ਹੋਰ ਬਹੁਤ ਵੱਡੀ ਇਹਨਾਂ ਦੀ ਸ਼ਰਾਰਤ ਆ ਜੀ। ਉੱਥੇ ਇੱਕ ਪਤਾ ਨਹੀਂ ਕਿੰਨੇ ਏਕੜ ਜ਼ਮੀਨ ਹੈ, ਕਿੰਨੇ ਕਰੋੜ ਦੀ ਜ਼ਮੀਨ ਆ ਉਹ, ਜਿਨ੍ਹਾਂ ਦੇ ਕਬਜ਼ਾ ਨਹੀਂ ਹੈ ਕਿ ਇਹਨਾਂ ਆਪਣੇ ਸਿੱਖਾਂ ਦੇ ਨਾਲ ਆ ਉਹ ਹੜਪ ਕਰਨਾ ਚਾਹੁੰਦੇ ਆ ਕੁੱਟ ਮਾਰ ਕੇ। ਉੱਥੇ ਦੀ ਉਹ ਮੇਰੇ ਖਿਆਲ ਕਮਿਊਨਿਟੀ ਆ ਉੱਥੇ ਦੀ, ਉਹ ਚਾਹੁੰਦੀ ਨਹੀਂ ਪਏ ਇਹ ਉੱਥੇ ਦੀ ਕਮਿਊਨਿਟੀ ਸਾਡੀ ਉੱਠ ਕੇ ਜਿਹੜੇ ਹੈਗੇ ਉਹਨਾਂ ਤੇ ਸਿੱਖਾਂ ਦੇ ਜ਼ੋਰ ਪਾਇਆ ਆ। ਔਰ ਕੱਲ ਪਰਸੋਂ ਦੀ ਗੱਲ ਆ ਕਿ ਉਹ ਕਹਿੰਦੇ ਸੀ ਕਿ ਉੱਥੇ ਦਾ ਜਿਹੜਾ CM ਚੀਫ ਮਿਨਿਸਟਰ ਜਿਹੜਾ ਕੋਈ ਸਗਮਾ, ਮਿਸਟਰ ਸਗਮਾ, ਉਹ ਸਗਮਾ ਮੇਰੇ ਘਰੇ ਸਪੀਕਰ ਜਿਹੜਾ ਰਹਿ ਚੁੱਕਾ ਉਹ ਹੀ ਹੈ ਕੋਨਰਾਡ ਸਗਮਾ, ਤੇ ਕੇਂਦਰੀ ਰਾਜ ਮੰਤਰੀ ਰਿਸ਼ੀਜੂ ਨੇ ਕਿਹਾ ਵੀ ਕੋਈ ਇਹ ਅਫਵਾਹਾਂ ਹੀ ਆ ਝੂਠੀਆਂ, ਪਰ ਨੇ ਅਫਵਾਹਾਂ ਨਹੀਂ ਹੈਗੀਆਂ। ਅੱਜ ਵੀ ਉਹ ਆ ਰਹੀ ਹੈ ਕਵਰੇਜ, ਉੱਥੇ ਬਹੁਤ ਬੁਰਾ ਹਾਲ ਆ। ਦੇਖੋ ਇਸ ਲਈ ਜਿਹੜੇ ਅਸੀਂ ਸਾਰੇ ਆ, ਚਾਹੇ ਕੋਈ ਸਿੱਖ ਆ ਚਾਹੇ ਕੋਈ ਮਜ਼ਹਬੀ ਜਰਪਦਾਸ ਆ, ਸਾਰੇ ਸਾਨੂੰ ਇੱਕ ਥਾਂ ਇਕੱਠੇ ਹੋਣਾ ਚਾਹੀਦਾ। ਜਿਹੜੇ ਅਸੀਂ ਪੰਜਾਬ ਦੇ ਵਿੱਚੋਂ ਅਸੀਂ ਬੜੇ ਗਰਵ ਨਾਲ ਦੇਖ ਲੈਂਦੇ ਵੀ ਕੋਈ ਇੱਥੇ ਆਣ ਕੇ ਸਾਨੂੰ ਕੁਛ ਇੱਦਾਂ ਨਹੀਂ ਕਹਿ ਸਕਦਾ। ਬਦਕਿਸਮਤੀ ਸਾਡੀ ਇਹ ਹੈ ਕਿ ਜਿਹੜੇ ਪੰਜਾਬ ਤੋਂ ਬਾਹਰ ਸਾਡੇ ਲੋਕ ਵਸੇ ਹੋਏ ਆ, ਉਹਨਾਂ ਦੀ ਹਾਲਤ ਜਿਹੜੀ ਹੈਗੀ ਆ ਉਹ ਬੜੀ ਨਾਜ਼ੁਕ ਹੋ ਜਾਂਦੀ ਹੈ ਜਦੋਂ ਹਿੰਦੂ ਸਿੱਖ ਦਾ ਜਾਂ ਮੁਸਲਮਾਨ ਦਾ ਜਾਂ ਆਪਣੇ ਲੋਕਾਂ ਦਾ ਮਸਲਾ ਆਉਂਦਾ ਨਾ, ਉਹ ਇਕੱਲੇ ਨੂੰ ਜਿਹੜੇ ਹੈਗੇ ਆ ਉਹ ਜੋ ਮਰਜ਼ੀ ਕਰ ਸਕਦੇ ਆ। ਇਸ ਲਈ ਸਾਨੂੰ ਜ਼ਰੂਰ ਇੱਕ ਹੋਣਾ ਚਾਹੀਦਾ। ਬਿਲਕੁਲ। ਅੱਛਾ ਜੀ, ਇੱਥੋਂ ਅੱਗੇ ਫਿਰ ਚੱਲੀਏ ਤਾਂ ਇੱਕ ਹੋਰ ਮਨੁੱਖਤਾ ਨੂੰ ਸ਼ਰਮਸਾਰ ਘਟਨਾ ਵਾਪਰੀ ਆ ਇੰਡੀਆ ਦੇ ਵਿੱਚ। ਇੱਕ ਸਾਗਰ ਸ਼ਹਿਰ ਆ ਜੀ ਬੁੰਦੇਲਖੰਡ ਦੇ ਵਿੱਚ, ਇੱਥੇ ਇੱਕ ਬਹੁਤ ਵੱਡਾ ਮੈਡੀਕਲ ਕਾਲਜ ਵੀ ਹੈ ਅਤੇ ਹੌਸਪੀਟਲ ਵੀ ਹੈ। ਇੱਥੇ ਇੱਕ ਪ੍ਰਕਾਸ਼ ਨਾਮੀ ਛੋਟੀ ਜਾਤ ਦਾ ਵਿਅਕਤੀ 4 ਦਿਨ ਬਿਮਾਰ ਰਿਹਾ ਅਤੇ ਫਿਰ ਉਹਦੀ ਮੌਤ ਹੋ ਗਈ ਰਾਤ ਦੇ 9 ਵਜੇ। ਅਤੇ ਉਹਦਾ ਸਾਲਾ ਸੁਰੇਸ਼ ਸੀਗਾ ਉਹਦੇ ਨਾਲ ਉਸ ਵੇਲੇ, ਅਤੇ ਉਹ 9 ਵਜੇ ਤੋਂ ਲੈ ਕੇ ਦੂਜੇ ਦਿਨ 12 ਵਜੇ ਤੱਕ ਐਂਬੂਲੈਂਸ ਦੀ ਹੌਸਪੀਟਲ ਵਾਲੇ ਫਿਰ ਘਰ ਲਾਸ਼ ਲਿਜਾਣੀ, ਉੱਥੋਂ 7 ਕਿਲੋਮੀਟਰ ਦੂਰ 'ਤੇ ਸੀ, ਅਤੇ ਉਹਨੂੰ ਐਂਬੂਲੈਂਸ ਨਹੀਂ ਮਿਲੀ ਕਿਸੇ ਨੇ ਵੀ। ਅਤੇ ਉਹਨੇ ਜਦੋਂ ਪੁੱਛਿਆ ਜਿਹੜੇ ਟੈਂਪੂ ਵਗੈਰਾ, ਉਹ ਕਹਿੰਦੇ ਅਸੀਂ 1000 ਤੋਂ 1500 ਲਵਾਂਗੇ, ਉਹਦੇ ਕੋਲ ਹੈ ਨਹੀਂ ਸੀ। ਉਹਨੂੰ ਵਿਚਾਰੇ ਨੇ ਅੱਕ ਕੇ ਨਾ ਫਿਰ ਪਤਾ ਨਹੀਂ ਕਿਹਦਾ ਰੇਹੜਾ ਹਾਇਰ ਕੀਤਾ, ਜਿਹਨੂੰ ਠੇਲਾ ਕਹਿੰਦੇ ਆ, ਅਤੇ ਉਹਦੇ ਉੱਤੇ ਲਾਸ਼ ਕਰਕੇ ਰੱਖ ਕੇ 7 ਕਿਲੋਮੀਟਰ ਦੂਰ ਲੈ ਕੇ ਗਿਆ। ਮੈਂ ਤਾਂ ਕਹਿੰਦਾ ਸ਼ਰਮ ਨਾਲ ਮਰ ਜਾਣਾ ਚਾਹੀਦਾ ਸਾਡੀ ਗੌਰਮੈਂਟ ਨੂੰ, ਸਾਡੀ ਸੁਸਾਇਟੀ ਨੂੰ। ਕੋਈ ਵੀ ਬੰਦਾ ਹੈ ਨਹੀਂ ਸੀ ਜਿਹੜਾ ਉਹਦੀ ਹੈਲਪ ਕਰ ਸਕਦਾ। ਇੱਕ ਹੈ ਜੀ ਘਰ ਦਾ ਜੀਅ ਮਰ ਗਿਆ ਔਰ ਉਹਦੀ ਲਾਸ਼ ਲਿਜਾਣੀ ਆ ਪਿੰਡ ਨੂੰ। ਵੀ ਮੈਂ ਤਾਂ ਕਹਿੰਦਾ ਇੰਡੀਆ ਦੀ ਜਿਹੜੀਆਂ ਨਾ ਦੇਵੀ ਦੇਵਤਿਆਂ ਦਾ ਰੌਲਾ ਆ, ਇਹ ਸਭ ਬਕਵਾਸ ਆ। ਜੇ ਤੁਸੀਂ ਇਨਸਾਨੀਅਤ ਨੂੰ ਨਹੀਂ ਨਾ ਸਮਝਦੇ, ਕੋਈ ਫਾਇਦਾ ਨਹੀਂ ਤੁਹਾਡਾ। ਮੈਂ ਤਾਂ ਇਹੀ ਕਹਿੰਦਾ, ਮੈਨੂੰ ਤਾਂ ਬੜਾ ਗੁੱਸਾ ਆਇਆ ਚੀਜ਼ 'ਤੇ। ਅੱਗੇ ਵੀ ਹੋਇਆ ਨਾ, ਇਹ ਤੀਜੀ ਘਟਨਾ ਹੋਈ ਹੈ ਜੀ। ਜੀ ਬਹੁਤ ਬੱਗਾ ਸਾਹਿਬ, ਇਹ ਤਾਂ ਜਿਹੜੀ ਤੁਸੀਂ ਗੱਲ ਕੀਤੀ ਆ ਲਾਸ਼ ਹੈ ਨਾ, ਕਈ ਵਾਰੀ ਆਪਾਂ ਮੈਂਸ਼ਨ ਕੀਤਾ ਕਿ ਸਾਡੇ ਨਾਲ ਹੋ ਕੀ ਰਿਹਾ। ਜਾਗਰਤੀ ਪ੍ਰੋਗਰਾਮ ਜਿਹੜਾ ਆਪਾਂ ਕਰਦੇ ਆ, ਇਹ ਸਾਡਾ ਫਰਜ਼ ਇਹੀ ਬਣਦਾ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਸਾਡੇ ਨਾਲ ਕੀ ਹੋ ਰਿਹਾ। ਅਤੇ ਇਸ ਤੁਸੀਂ ਦੇਖੋ, ਮੈਂ ਕੋਈ ਵੀਡੀਓ ਵਾਇਰਲ ਹੋਈ ਆਈ ਆ, ਇੱਕ ਲੜਕੀ 14-15 ਸਾਲ ਦੀ, ਉਹ ਕਿਤੇ ਕ੍ਰਿਸਚਨ ਸਿਸਟਮ ਦੇ ਵਿੱਚ ਚਰਚ ਦੇ ਵਿੱਚੋਂ ਆਪਣੀ ਮੀਟਿੰਗ 'ਚੋਂ ਆਈ ਸੀ, ਯੰਗ ਕੁੜੀ, ਉਹਨੂੰ ਘੇਰ ਕੇ 17-18 ਸਾਲ ਦੀ ਹੈਗੀ ਆ ਉਹਨੂੰ ਕੁੜੀ ਨੇ ਇੱਕ ਪਿੰਡ ਦੇ ਵਿੱਚ ਦੀ ਜਾਂਦੇ ਸੀ, ਪਿੰਡ ਦਾ ਸਾਰਾ ਇਕੱਠਾ ਹੋ ਕੇ ਬਦਮਾਸ਼ ਸਾਰੇ ਨਾ ਪਿੰਡ ਦੀਆਂ ਕੁੜੀਆਂ ਔਰਤਾਂ ਨੇ ਇਕੱਲੀ ਕੁੜੀ ਨੂੰ ਇੰਨਾ ਕੁੱਟਿਆ, ਇੰਨਾ ਕੁੱਟਿਆ ਉਹਨੂੰ, ਬਿਨਾਂ ਪਿੱਛੋਂ ਤੇ ਉਹਨੂੰ ਕੁੱਟਿਆ ਹੀ ਆ ਵੀ ਤੂੰ ਉੱਥੇ ਕੀ ਕਰਨ ਗਈ ਸੀਗੀ। ਉਹਨੂੰ ਕੁੱਟ ਕੇ ਜਦੋਂ ਨਿਸਲ ਹੋ ਜਾ ਕੇ, ਜਦੋਂ ਮਾੜੀ ਜਿਹੀ ਸੌਂ ਜਾ ਕੇ ਕੁੱਟੇ, ਤਾਂ ਉਹਨੂੰ ਫੇਰ ਠੁੱਡਾ ਠਾਡਾ ਮਾਰ ਕੇ ਜਾ ਲੈਣ, ਪਾਣੀ ਸੱਟ ਕੇ ਜਗਾ ਲੈਣ, ਫੇਰ ਕੁੱਟਣ। ਇੱਕ ਮੈਂ ਬਦਮਾਸ਼ ਦੇਖਿਆ, ਉਹਨੇ ਬਹਿ ਕੇ ਉੱਤੇ ਗੋਡੇ ਰੱਖ ਕੇ ਉਹਦੇ ਵਾਲ ਕੱਟ ਸੱਟੇ। ਇਹ ਤਾਂ ਜਿਹੜੀ ਮੈਂ ਵੀ ਦੇਖੀ, ਇਹ ਪੁਰਾਣੀ ਆ ਬਹੁਤ। ਜਿਹੜੀ ਇਹ ਚੀਜ਼ਾਂ ਹੈ ਨਾ, ਚਲੋ ਕੋਈ ਹੋਈ, ਜਿਹੜੀਆਂ ਇਹ ਚੀਜ਼ਾਂ ਹੈ ਨਾ, ਆਮ ਪਬਲਿਕ ਨੂੰ ਪਤਾ ਨਹੀਂ ਕਿ ਸਾਡੇ ਨਾਲ ਕੀ ਹੋ ਰਿਹਾ। ਇਹਨਾਂ ਤੋਂ ਵੀ ਜਿਹੜੀ ਨਾ ਗਲਤ ਅਫਵਾਹਾਂ ਆ ਜਾਂ ਇੱਦਾਂ ਦੀਆਂ, ਇਹ ਵੀ ਇਹਦੇ ਪਿੱਛੇ ਵੀ ਚਾਲ ਆ। ਇਹ ਬਹੁਤ ਪੁਰਾਣੀਆਂ ਵੀਡੀਓ ਜਿਹੜੀ ਤੁਸੀਂ ਕਹਿ ਰਹੇ ਹੋ, ਉਹਨੂੰ ਬਾਅਦ 'ਚ ਅੱਗ ਵੀ ਲਾਉਣ ਦੀ ਜਾਲਤੀ ਸੋ ਇਹ ਕੋਈ ਧਰਮ ਦੇ ਨਾਲ ਨਹੀਂ, ਇਹਦੀ ਕੋਈ ਸਮਥਿੰਗ ਐਲਸ ਦੇ ਇਹਦੇ ਪਿੱਛੇ। ਸੋ ਅਸੀਂ ਤਾਂ ਕਹਿੰਦੇ ਆ ਜਿਹੜਾ ਨਾ ਹਸਪਤਾਲਾਂ ਦੇ ਵਿੱਚ, ਗੌਰਮੈਂਟ ਹਸਪਤਾਲਾਂ 'ਚ ਐਂਬੂਲੈਂਸ ਦਾ ਵੀ ਇੰਤਜ਼ਾਮ ਹੈ ਨਹੀਂ, ਅਸੀਂ ਤਾਂ ਉਹਨੂੰ ਲਾਹਨਤ ਪਾਉਂਦੇ ਆ। ਉਹ ਤਾਂ ਡਾਕਟਰੀ ਪੇਸ਼ੈਂਟ ਨੂੰ ਵੀ ਲਾਹਨਤ ਪੈਂਦੀ ਹੈ ਕਿ ਡਾਕਟਰ ਵੀ ਜਿਹੜੇ ਨਰਸਾਂ ਵੀ ਜਿਹੜੀਆਂ ਉਹ ਟਰੀਟ ਨਹੀਂ ਕਰ ਰਹੀਆਂ ਇੱਕ ਅਨਟੱਚੇਬਲ ਦੇ ਕੇ, ਉਹ ਆਪਣੇ ਪੇਸ਼ੇ ਦੇ ਉੱਤੇ ਨੁਕਤਾਚੀਨੀ ਕਰਾ ਰਹੀਆਂ। ਕੁਐਸਚਨ ਮਾਰਕ ਆ ਜਾਂਦਾ ਕਿ ਡਾਕਟਰ ਦਾ ਪੇਸ਼ਾ ਹੀ ਨਹੀਂ ਇਹ, ਉਹਨਾਂ ਦਾ ਪੇਸ਼ਾ ਹੈ। ਉਹਨਾਂ ਨੂੰ ਕੋਈ ਤਰਸ ਜਾਂ ਕੋਈ ਇੱਦਾਂ ਨਾ ਹੋਊਗਾ ਵੀ ਕਿ ਦੱਸੋ ਇੱਕ ਦੀ ਜੀ ਮਰ ਗਿਆ, ਸਾਈਕਲ 'ਤੇ ਜਾਂ ਮੋਢੇ 'ਤੇ ਜਾਂ ਠੇਲੇ 'ਤੇ ਲਈ ਜਾਂਦਾ ਹੈ। ਕਿੰਨੀ ਦੁਨੀਆ ਉੱਥੇ 1.3 ਮਿਲੀਅਨ ਲੋਕ ਰਹਿੰਦੇ ਆ,
ਕਿਸੇ ਦੇ ਦਿਲ 'ਚ ਦਇਆ ਹੈ ਨਹੀਂ ਨਾ ਹੈ। ਬਟ ਪੱਗਾ ਸਾਹਿਬ ਇੱਕ ਵਾਰ ਗੱਲ ਮੈਨੂੰ ਯਾਦ ਆ ਗਈ ਦੂਏ ਦੇ ਆਪਣੇ, ਉਹਨਾਂ ਨੇ ਲਿਖਿਆ ਕਿ ਜਿੱਥੇ ਮੋਇਆ ਬਾਅਦ ਵੀ ਕਫਨ ਹੋਇਆ ਨਹੀਂ ਨਸੀਬ, ਕਿਉਂ ਨਾ ਕਰਾਂ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ। ਆਪਣੇ ਜਿਹੜਾ ਹੋਏ ਨਾ ਬਡਾਲਵੀ ਸ਼ਿਵ ਕੁਮਾਰਾ, ਹਾਂ। ਉੱਥੇ ਤੇ ਇਹ ਆ ਵੀ ਕਫਨ ਵੀ ਨਹੀਂ ਮਿਲਦਾ ਹੱਲੇ ਵੀ। ਇੱਥੇ ਉਹਨੇ ਲਿਖਣ ਵਾਲੇ ਸੱਚ ਹੀ ਲਿਖਿਆ ਕਿ ਬੰਦਾ ਮਰ ਜਾਂਦਾ ਕਿਤੇ ਕੱਪੜਾ, ਉਹਦੇ ਕਫਨ ਦੇਣ ਨੂੰ ਕੱਪੜਾ ਵੀ ਨਹੀਂ ਹੁੰਦਾ ਉਹਦੇ ਕੋਲ। ਫਿਰ ਉਹਨੂੰ ਚੱਕ ਕੇ ਤੁਸੀਂ ਤਾਂ ਕਿਹਨੇ ਲੈ ਗਏ, ਫਿਰ ਉਹਨੂੰ ਕਿਤੇ ਜਗ੍ਹਾ ਨਹੀਂ ਮਿਲਦੀ। 2 ਗਜ਼ ਜ਼ਮੀਨ ਦਾ ਟੁਕੜਾ ਵੀ ਉਹਦੇ ਹਿੱਸੇ ਨਹੀਂ। ਅੱਜ ਜਿਹੜੀਆਂ ਆਪਣੇ ਤਾਂ ਠੀਕ ਆ ਪੰਜਾਬ ਦੇ ਵਿੱਚ ਦੂਸਰੇ ਏਰੀਏ ਜਿਹੜੇ ਆ ਇੱਦਾਂ ਹੋ ਰਹੀ ਆ, ਉੱਥੇ 2 ਗਜ਼ ਜਿਹੜਾ ਜ਼ਮੀਨ ਦਾ ਟੁਕੜਾ ਆ ਉਹਨੂੰ ਵੀ ਉਹ ਦਫਨਾਉਣ ਨੂੰ ਜਦੋਂ ਉਹਨੂੰ ਨਹੀਂ ਮਿਲਦਾ। ਉਹ ਅਖੀਰ ਆਣ ਕੇ ਜਦੋਂ ਕੋਈ ਗੰਗਾ ਮਈਆ ਛੱਡ ਦਿੰਦੇ ਆ, ਉੱਥੇ ਪਤਾ ਨਹੀਂ ਕੀ ਆ ਕੀ ਹੁੰਦਾ, ਉਹਨਾਂ ਨੂੰ ਵਿਚਾਰੇ ਪਾਣੀ ਦੇ ਵਿੱਚ ਛੱਡ ਦਿੰਦੇ ਆ। ਹੋਰ ਕੀ ਕਰਨ, ਉਹ ਲੱਕੜ ਨਹੀਂ ਮਿਲਦੀ। ਮੈਨੂੰ ਯਾਦ ਆ, ਮੈਂ ਇੰਡੀਆ ਗਿਆ ਤਾਂ ਗੜ੍ਹ ਸ਼ੰਕਰ ਅੱਡੇ 'ਚ ਹੋਰ ਵੀ ਬੰਦੇ ਖੜੇ ਸੀ, ਤੇ ਇੱਕ ਬੰਦਾ ਨਾ ਉਹਨੂੰ ਦੱਸਿਆ ਵੀ ਉੱਥੇ ਕਹਿੰਦੇ ਭਈਆ ਮਰ ਗਿਆ। ਹਾਂ, ਉਹ ਫਟਾਫਟ ਗਿਆ, ਕਹਿੰਦਾ ਮੈਂ ਰੋਕੋ ਲਵੇ ਜਾਣਾ। ਮੈਂ ਕਿਹਾ ਕੀ ਗੱਲ? ਉਹ ਕਹਿੰਦੇ ਜੀ ਇਹਦੀ ਅਸੂਲ ਆ, ਕੋਈ ਵੀ ਕਿਤੇ ਮੈਨੂੰ ਪਤਾ ਲੱਗ ਜਾਵੇ ਇਹਨੂੰ ਜਾ ਕੇ ਕਫਨ ਜ਼ਰੂਰ ਪਾਉਂਦਾ। ਮੈਂ ਕਿਹਾ ਤੇਰੇ ਕੋਲ 2 ਮਿੰਟ ਹੈਗੇ, ਤੂੰ ਮੈਨੂੰ ਰੋਕਦਾ ਨਹੀਂ, ਲੈ ਕਫਨ ਦੇ ਪੈਸੇ ਵੀ ਲੈ ਲਾ। ਮੈਂ ਕਿਹਾ ਤੂੰ ਚੱਲ ਉਹ ਤਾਂ ਮਰ ਗਿਆ, ਹੁਣ ਉਹ 'ਤੇ ਕਫਨ ਪਾ ਲਓ, ਚੱਲੇ ਨਹੀਂ ਤੂੰ। ਮੈਂ ਕਿਹਾ ਕਈ ਆ ਜਿਹੜੇ ਗਰੀਬ ਉੱਥੇ ਬੈਠੇ ਸੀਗੇ, ਉਹ ਗਧੀਲੇ ਥੱਲੇ, ਉਹਨਾਂ ਦੇ ਨਿਆਣੇ ਨੰਗੇ ਹੀ। ਮੈਂ ਕਿਹਾ ਇਹਨਾਂ ਨੂੰ ਦੇ ਤਾਂ ਜਿਹੜੇ ਜੀਂਦੇ ਹੈ, ਇਹਨਾਂ ਨੂੰ ਤਾਂ ਠੰਡ ਲੱਗਣੀ ਆ, ਪਾਲਾ ਵੀ ਲੱਗਣਾ, ਉਹਨੂੰ ਤਾਂ ਹੁਣ ਕੁਛ ਵੀ ਨਹੀਂ ਲੱਗਣਾ, ਉਹ ਤਾਂ ਜਲਣਾ ਹੀ ਆ। ਤੇ ਕਹਿੰਦਾ ਯਾਰ ਤੇਰੀ ਗੱਲ ਤਾਂ ਠੀਕ ਵਾ ਹੈ। ਮੈਂ ਕਿਹਾ ਮੈਂ ਤੇਰੀ ਸਿਫਤ ਬੜੀ ਕੀਤੀ ਆ ਵੀ ਜਦੋਂ ਵੀ ਕਿਤੇ ਹੁੰਦਾ ਤੂੰ ਸਭ ਤੋਂ ਪਹਿਲਾਂ ਨੱਠਦਾ, ਮੈਂ ਕਫਨ ਮੈਂ ਪਾਣਾ। ਮੈਂ ਕਿਹਾ ਇਹ ਜੀਂਦਿਆਂ ਤੇ ਜੀਂਦਿਆਂ ਨੂੰ ਦੇ ਦੇ ਇਹ। ਤੇ ਮੈਂ ਕਿਹਾ ਲੈ ਪੈਸੇ ਅੱਗੇ ਤੋਂ ਇੱਦਾਂ ਕੰਮ ਕਰਿਆ ਕਰੀ। ਸੋ ਮਤਲਬ ਕੋਈ ਮਨੁੱਖਤਾ ਦੀ ਸੇਵਾ ਕਰੋ। ਮੈਂ ਤਾਂ ਕਹਿੰਦਾ ਇਹੀ ਵੱਡਾ ਧਰਮ ਆ ਇਨਸਾਨ ਦਾ। ਇਹ ਬਿਲਕੁਲ ਇਹ ਜਿਹੜੀ ਹੈ ਨਾ, ਆਪਾਂ ਕੁਛ ਆਪਣੇ ਦਿਲਾਂ ਦੇ ਵਿੱਚ ਬਹੁਤ ਰਹਿਮ ਵਾ, ਪਿਆਰ ਵਾ, ਉਹ ਹੈ ਆਪਣੇ ਪੰਜਾਬੀਆਂ ਦੇ ਵਿੱਚ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਕਿਸੇ ਗਰੀਬ ਨੂੰ ਦੇਖਦੇ, ਭਾਵੇਂ ਆਪਣੇ ਕੋਲ ਕੁਛ ਨਾ ਹੀ ਹੋਵੇ, ਲੈ ਦੇ ਕੇ ਕਿਸੇ ਨੂੰ ਅਗਲੇ ਦਾ ਪੁੱਤਾ ਲਾਉਂਦੇ ਆ। ਜਿਹੜੇ ਉੱਧਰਲੇ ਲੋਕ ਆ, ਤੁਸੀਂ ਦੇਖ ਲਓ ਵੀ ਉਹਨਾਂ ਦੇ ਨਾਂ ਕੀ ਕਿੱਦਾਂ ਕਰੀਏ। ਹੁਣ ਆਪਣੇ ਉਹ ਪਸ਼ੂਆਂ ਦੀ ਤਾਂ ਸੇਵਾ ਕਰਦੇ ਆ, ਉਹ ਇਨਸਾਨ ਦੇ ਉਹ ਥੁੱਕਦੇ ਆ ਉੱਤੇ, ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਤੁਹਾਨੂੰ ਜ਼ਮਾਨਾ ਬੀਤ ਚੁੱਕਾ, ਆਪਾਂ ਨੂੰ ਤਾਂ ਹਵਾ ਦੇ ਵਿੱਚ ਸਾਹ ਲੈਣ ਦਾ ਵੀ ਹੁਕਮ ਨਹੀਂ ਸੀਗਾ। ਚੰਦਰ ਦੇਵਤਾ ਆਪਾਂ ਕਹਿੰਦੇ ਆ, ਸੂਰਜ ਦੇਵਤਾ ਕਹਿੰਦੇ ਆ, ਕਿਤੇ ਖੜੇ ਹੋ ਕੇ ਸਾਨੂੰ ਦੇਖ ਸਕਦੇ ਸੀ ਇਹਨਾਂ ਨੂੰ। ਉਹੋ ਹੀ ਹੱਲੇ ਵੀ ਜਿਹੜੀ ਰੀਤ ਤੋਂ ਪੁਰਾਣੀ ਉਹਨਾਂ ਨੇ ਮਨੁ ਸਿਮਰਤੀਆਂ ਕੀਤੀਆਂ, ਤਿਆਰ ਕੀਤੀਆਂ, ਉਹ ਹੱਲੇ ਵੀ ਉਹ ਲਾਗੂ ਹੈਗੀਆਂ ਚੱਲਦੀਆਂ ਆ। ਹੱਲੇ ਵੀ ਉਹੀ ਸਿਲਸਿਲਾ ਸਾਡੇ 'ਤੇ ਉਧਰ ਆਂਧਰਾ ਪ੍ਰਦੇਸ਼ ਜਾਂ ਕਨੌਰ ਕਾ ਜਾਂ ਹੋਰ ਬੜਾ ਬੁਰਾ ਹਾਲ ਹੈ ਜੀ ਵੀ ਜੀ, ਸਾਰੇ ਕੁਛ ਬੁਰਾ ਹਾਲ ਆ। ਉਹਦਾ ਤੁਸੀਂ ਆਪਣੇ ਆ ਮੋਦੀ ਸਾਹਿਬ ਉਹਨਾਂ ਦਾ ਜਿਹੜਾ ਆਪਣਾ ਗੁਜਰਾਤ ਆ ਉਹਦੇ ਵਿੱਚ ਪੜ੍ਹ ਕੇ ਦੇਖੋ, ਉੱਥੇ ਤਾਂ ਬਾਹਲੀ ਵਾਇਲੈਂਸ ਉੱਥੇ ਇੰਨੀ ਆ। ਤਾਂ ਕਹਿੰਦੇ ਆ ਜੇ ਮੋਦੀ ਯੋਗੀ ਕਹਿਣਾ ਹੈ ਤਾਂ ਭਾਰਤ ਮੇਂ ਰਹਿਣਾ ਹੈ। ਬੜਾ ਜ਼ੁਲਮ ਕਰਦੇ ਆ। ਚਲੋ ਖੈਰ ਅਸੀਂ ਅਗਲੀ ਆ ਜਿਹੜੀ ਮੇਨ ਇੱਕ ਹੋਰ ਆ ਘਟਨਾ, ਇਹ ਹੈਗੀ ਜੀ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਤੇ ਖਾਲਿਸਤਾਨ ਦਾ ਵੀ ਤੁਸੀਂ ਕਹਿ ਸਕਦੇ ਆ, ਸਾਰਾ ਮੂਵਮੈਂਟ ਦਾ ਉਹੀ ਆ। ਅਤੇ ਉਹਨੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉੱਥੇ ਇਕੱਠ ਹੋਇਆ ਇੱਕ। ਉੱਥੇ BSP ਵਾਲੇ, ਵਾਮ ਸੇਫ ਵਾਲਾ ਵਾਮਨ ਮੇਸ਼ਰਾਮ ਅਤੇ ਸਿਮਰਨਜੀਤ ਸਿੰਘ ਮਾਨ ਜਦੋਂ ਭਾਸ਼ਣ ਕਰਨ ਲੱਗਾ ਤਾਂ ਉਹ ਕਹਿੰਦੇ ਵੀ ਉੱਥੇ ਮਾਇਆਵਤੀ ਨੇ ਵੀ ਆਉਣਾ ਸੀ। ਅਤੇ ਉਹਨੇ ਫਿਰ ਤੁਸੀਂ ਸਾਰਿਆਂ ਨੂੰ ਸੁਣੇ ਵੀ ਹੋਣੇ ਆ। ਅਤੇ ਉਹ ਫਿਰ ਕਹਿੰਦਾ ਸਪੀਕਰ ਦੇ ਵਿੱਚ, ਜੇ ਉਹ ਨਹੀਂ ਆਈ ਤਾਂ ਇਸ ਤਰ੍ਹਾਂ ਦੀ ਮੈਂ ਉਹ ਸ਼ਬਦ ਬੋਲ ਨਹੀਂ ਸਕਦਾ, ਨਹੀਂ ਮਾਰ ਸਕਦੇ। ਇੱਕ ਔਰਤ ਨੂੰ, ਐਡੀ ਵੱਡੀ ਨੇਤਾ ਨੂੰ ਇੱਦਾਂ ਦੀ ਭਾਸ਼ਾ ਯੂਜ਼ ਕਰਨੀ, ਇੱਕ 70-72 ਬੰਦੇ ਨੇ, ਇਹ ਮੈਂ ਤਾਂ ਕਹਿੰਦਾ ਲਾਹਣਤ ਹੈ ਇਹਨਾਂ ਲੀਡਰਸ਼ਿਪ ਦੀ ਇਹਦੇ 'ਤੇ। ਅਤੇ ਇਹ ਫਿਰ ਜਿਹੜੀ ਹੋਰ ਮੈਨੂੰ ਬੜੀ ਹੈਰਾਨੀ ਹੋਈ, ਜਿਹੜੇ ਹੋਰ ਇਕੱਠ ਬੈਠਾ ਸੀਗਾ ਨਾ, ਉਹਨੇ ਜਕਾਰੇ ਛੱਡੇ। ਇਹ ਦੇਖ ਲਓ, ਇੱਕ ਤਾਂ ਪਾਸੇ ਤਾਂ ਅਸੀਂ ਕਹਿੰਦੇ ਹਾਂ ਮਾਨਸਕੀ ਜਾਤ ਸਭ ਏਕ ਪਹਿਚਾਨ ਵੋ ਹੈ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਉਹਦੀ ਬੇਅਦਬੀ ਦੀ ਖਾਤਰ ਅਸੀਂ ਇਕੱਠੇ ਹੋਏ ਹਾਂ। ਉਹਦੇ ਵਿੱਚ ਤਿਸ ਕਿਉ ਮੰਦਾ ਆਖੇ ਜਿਸ ਜੰਮੇ ਨਾ ਰਜਾਨ, ਅਤੇ ਜਿਸ ਨੂੰ ਗੁਰੂ ਨੇ ਬਾਬਾ ਨਾਨਕ ਜੀ ਨੇ ਐਡਾ ਉੱਚਾ ਦਰਜਾ ਦਿੱਤਾ, ਅਤੇ ਉੱਥੇ ਜਾ ਕੇ ਉਸੇ ਸਮਾਗਮ ਦੇ ਵਿੱਚ ਉਸੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਸਿਮਰਨਜੀਤ ਮਾਨ ਨੇ ਇੱਦਾਂ ਦੀ ਗੰਦੀ ਭਾਸ਼ਾ ਦਾ ਮਾਇਆਵਤੀ ਦੇ ਖਿਲਾਫ ਕੀਤੀ ਆ। ਅਤੇ ਇਹ ਬੜਾ, ਮੈਂ ਪਹਿਲਾਂ ਦੱਸ ਦੇਵਾਂ ਇਹਦਾ ਪਿਛੋਕੜ ਕੀ ਆ ਮਾਨ ਦਾ। ਇਹ IPS ਅਫਸਰ ਰਿਹਾ ਹੈ, ਫਰੀਦਕੋਟ ਜ਼ਿਲ੍ਹੇ ਦਾ SSP ਸੀ। ਉੱਥੇ ਨੇ 7 ਨਿਹੱਥੇ ਮਜ਼੍ਹਬੀ ਸਿੰਘਾਂ ਨੂੰ ਮਾਰਿਆ ਸੀ, ਇਹਨੇ ਕਤਲ ਕੀਤਾ ਸੀ। ਅਤੇ ਇਹਦੇ 'ਤੇ 100 ਮੁਕੱਦਮੇ ਹੋਏ, 65 ਦੇਸ਼ ਧਰੋਹੀ ਦੇ
ਦੇਸ਼ ਧਰੋਹੀ, ਤੁਹਾਨੂੰ ਪਤਾ ਹੀ ਇਹਦਾ। ਅਤੇ ਗਵਾਹ ਨਹੀਂ ਮਿਲੇ, ਲੋਕ ਡਰਦੇ ਨਹੀਂ ਆਉਂਦੇ ਵੀ ਹੋਰ ਹੋ ਜਾਊਗਾ, ਇਸ ਕਰਕੇ ਬਰੀ ਹੋ ਗਿਆ। 30 ਵਾਰੀ ਜੇਲ੍ਹ ਜਾ ਚੁੱਕਾ ਇਹ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਪੰਜਾਬ ਦਾ ਸਾਂਢੂ ਆ। ਇਹਦਾ ਨਾਨਾ ਜਥੇ ਦਾ ਰੂੜ ਸਿੰਘ, ਉਹਨੂੰ ਦੇਸ਼ ਦਾ ਗਦਾਰ ਗਿਣਿਆ ਜਾਂਦਾ। ਉਹ ਜਦੋਂ ਨਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਨਰਲ ਡਵਾਇਰ ਨੇ ਕਰਕੇ ਇੰਨੇ ਨਿਹੱਥੇ ਮਾਰੇ ਸੀ, ਤਾਂ ਇਹ ਉਹਨੂੰ ਫਿਰ ਸੱਦ ਕੇ ਨਾ ਇਹਨੇ ਵੀ ਤਾਂ ਸ਼ਾਬਾਸ਼, ਬੜਾ ਚੰਗਾ ਕੰਮ ਕੀਤਾ। ਇਹਦੇ ਨਾਨਾ ਰੂੜ ਸਿੰਘ ਨੇ ਉਹਨੂੰ ਸਰੋਪਾ ਦਿੱਤਾ ਸੱਦ ਕੇ ਉੱਥੇ। ਇਹ ਉਹ ਬੰਦਾ ਆ। ਅਤੇ ਬਾਕੀ ਇਹ ਚੋਣਾਂ ਲਈ ਖੜ੍ਹਦਾ ਹਮੇਸ਼ਾ ਹੀ। ਇਹਨੂੰ ਕਦੇ ਇਹਦੀਆਂ ਜਿੰਨੀਆਂ ਵੀ ਸੀਟਾਂ ਆ ਸਾਰੀਆਂ ਹੀ, ਇਹਦੀ ਜਿਹੜੀ ਹੈ ਜ਼ਮਾਨਤ ਵੀ ਜ਼ਬਤ ਹੋ ਜਾਂਦੀ ਆ। ਜਿਹੜੀ ਪਿੱਛੇ ਇਲੈਕਸ਼ਨ ਹੈ ਹਰ ਜਗ੍ਹਾ ਆਪਣੇ ਬੰਦੇ ਖੜ੍ਹੇ ਕੀਤੇ, ਇਹਨੂੰ 0.5% ਤੋਂ ਵੀ ਘੱਟ ਵੋਟਾਂ ਮਿਲੀਆਂ ਪੰਜਾਬ 'ਚ। ਇਹ ਇਹਦਾ ਹਾਲ ਆ। ਪਰ ਸਾਡੇ ਬੰਦੇ ਜਿਹੜੇ ਗਦਾਰ ਆ, ਆਪਣੇ ਵਾਮ ਸੇਫ ਦਾ ਜਿਹੜਾ ਮੈਂ ਉਹਨੂੰ ਵੀ ਕਹਿੰਦਾ, ਇੱਦਾਂ ਦਿਆਂ ਨੇ ਸਾਨੂੰ ਡੋਬਿਆ। ਐਡੀ ਗੰਦੀ ਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਹਾਂਜੀ, ਇਹ ਜੀ ਬੱਗਾ ਸਾਹਿਬ ਐਡੀ ਵੱਡੀ ਪੋਸਟ 'ਤੇ ਰਹਿ ਚੁੱਕੇ ਆ, ਐਡਾ ਵੱਡਾ ਪਿਛੋਕੜ ਇਹਨਾਂ ਦਾ ਹੈਗਾ। ਔਰ ਅੱਜ ਕੱਲ੍ਹ ਜਿੱਦਾਂ ਹੁਣ ਇਹਨਾਂ ਦੇ ਬਾਰੇ ਖਾਲਿਸਤਾਨ ਦੇ ਵਿੱਚ ਇਹ ਮੋਹਰੀ ਆ, ਇਹ ਹੁਣ ਇਹਨਾਂ ਨੂੰ ਮੰਨਦੇ ਆ। ਇੱਥੇ ਪਹੁੰਚ ਕੇ ਇਸ ਸਟੇਜ 'ਤੇ ਇੱਦਾਂ ਦੀ ਜਿਹੜੀ ਲਾਫਜਵਾਬ ਬੰਦੇ ਉਹ ਬੋਲਣੇ ਨਹੀਂ ਚਾਹੀਦੇ। ਇਹ ਸ਼ੋਭਾ ਨਹੀਂ ਦਿੰਦੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਬਿਲੋਂਗ ਕਰਦਾ, ਪੋਲੀਟੀਕਲੀ ਆ, ਰਿਲੀਜੀਅਸਲੀ ਆ, ਜਾਂ ਕੋਈ ਵੀ ਹੈ। ਪਰ ਔਰਤ ਨੂੰ ਇੱਦਾਂ ਲਫ਼ਜ਼ ਬੋਲਣੇ ਇੱਕ ਬਹੁਤ ਹੀ ਮਹਾਂਪਾਪ ਆ, ਨਹੀਂ ਬੋਲਣੇ ਚਾਹੀਦੇ। ਬਾਕੀ ਜਿਹੜੇ ਉਹ ਗਰਮ ਖਿਆਲੀ ਹੈਗੇ ਆ, ਉਹਨਾਂ ਨੇ ਤਾਂ ਫਤਿਹ ਦੀ ਫਤਿਹ ਬੁਲਾਉਣੀ ਆ, ਜਿੱਥੋਂ ਕਿ ਇਹ ਅੱਛਾ ਨਹੀਂ ਲੱਗ ਰਿਹਾ, ਇਹ ਚੰਗਾ ਨਹੀਂ ਕੀਤਾ ਉਹ। ਅਤੇ ਉਹਨਾਂ ਨੂੰ ਹੋ ਸਕਦਾ ਕੁਛ ਜਿਹੜਾ ਉਹਨਾਂ ਦੇ ਦਿਲ ਦੇ ਵਿੱਚ ਕੋਈ ਗਿਲਾ ਵੀ ਹੋਵੇ, ਗੁੱਸਾ ਵੀ ਹੋਵੇ, ਕਿਉਂਕਿ ਇਹਨਾਂ ਦੇ ਲਿੰਕ ਰਹੇ ਆ ਨਾ ਜਿਹੜੇ ਬਹੁਜਨ ਸਮਾਜ ਪਾਰਟੀ ਜਾਂ ਵਾਮ, ਇਹ ਸਾਰੇ ਸੀਗੇ ਆ ਉੱਥੇ ਵਾਮ ਸੇਫ ਵਾਲੇ। ਇਹਨਾਂ ਦੇ ਜਿਹੜੇ ਇਕੱਠ ਹੋਇਆ ਸੀ ਉੱਥੇ, ਉਹ ਸਾਲ ਬਾਅਦ ਪਿਆ ਜੇ ਕੁਛ ਨਹੀਂ ਕੀਤਾ ਗੌਰਮੈਂਟ ਨੇ। ਅਤੇ ਉਹ ਕਾਫੀ ਇਹਨਾਂ ਦੇ ਲਿੰਕ ਸੀਗੇ ਇਹਨਾਂ ਦੇ। ਪਹਿਲਾਂ ਮੈਂ ਵੀ ਉੱਥੇ ਸੀ ਜਦੋਂ ਆਪਣੀ ਪਾਰਟੀ ਤਕਰੀਬਨ ਬਹੁਜਨ ਸਮਾਜ ਪਾਰਟੀ ਕਾਫੀ ਹੈ ਨਾ ਲਗੇ, ਫਿਰ ਸੀਟਾਂ ਲਗਾਏ ਹੈ ਨਾ, ਉਦੋਂ ਇਹਨਾਂ ਦੇ ਸਿਮਰਜੀਤ ਮਾਨ ਸਿੰਘ ਦੀ ਪਾਰਟੀ ਇਹਨਾਂ ਨੂੰ ਹੈਲਪ ਮਿਲੀ ਆ, ਦਿੱਤੀ ਆ ਉਹਨੇ। ਤਾਂ ਉੱਥੇ ਜਾ ਨਹੀਂ, ਉਹ ਪੋਲੀਟਿਕਸ ਵੱਲ ਨਾ ਜਾਓ। ਤੁਸੀਂ ਜਿਹੜਾ ਉਹਨੇ ਕ੍ਰਾਈਮ ਕੀਤਾ, ਕੌਮੈਂਟਸ ਕੀਤੇ ਆ, ਇਹ ਤੋਂ ਪਤਾ ਕੀ ਇਹ ਹੈਗੀ ਜਾਤੀ ਘਿਰਣਾ, ਇਹ ਜੱਟਵਾਦ ਇਹਨੇ ਦਿਖਾ ਲਿਆ। ਹਾਂਜੀ, ਕਾਲ ਆਈ ਹੈ ਜੀ। ਹਾਂਜੀ, ਜੈਗਦੇਵ ਜੀ। ਹੈਲੋ ਜੀ। ਹੈਲੋ ਜੀ। ਹਾਂਜੀ, ਜੈਗਦੇਵ ਜੀ। ਜੈਗਦੇਵ ਜੀ ਕੌਣ ਬੋਲਦੇ ਜੀ? ਮੈਂ ਫਕੀਰ ਚੌਹਾਨ ਆ ਜੀ। ਚੌਹਾਨ ਸਾਹਿਬ, ਤੁਹਾਡਾ ਸਵਾਗਤ ਹੈ, ਬੜੀ ਖੁਸ਼ੀ ਹੋਈ ਹੈ। ਕੀ ਕਹੋਗੇ ਜੀ? ਜੈਗਦੇਵ। ਹਾਂਜੀ, ਜੈਗਦੇਵ ਜੀ। ਮੈਂ ਫਕੀਰ ਚੌਹਾਨ ਆ, ਬਰਮਿੰਘਮ। ਹਾਂਜੀ, ਤੁਹਾਡਾ ਸਵਾਗਤ ਆ। ਪਿੱਛੋਂ ਟੀਵੀ ਬੰਦ ਕਰੋ ਪਹਿਲਾਂ। ਦੇਖੋ, ਜਿਹੜੀ ਤੁਸੀਂ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਹੈਗੀ ਆ, ਹਾਂਜੀ, ਕਿਉਂਕਿ ਉਹ ਦੇਖੋ ਜਿਹੜਾ ਉਹਦਾ ਜਿਹੜੀ ਉਹਦੀ ਜਿੰਨੀ ਵੀ ਹੈ ਨਾ ਉਹਦੀਆਂ ਗਤੀਵਿਧੀਆਂ ਆ ਜੀ, ਉਹ ਸਾਰੀਆਂ ਦੇਸ਼ ਵਿਰੋਧੀ ਆ। ਕਿਉਂਕਿ ਉਹ ਲੋਕਾਂ ਨੂੰ ਭੜਕਾਉਂਦਾ ਰਹਿੰਦਾ ਹੈਗਾ। ਹਾਂਜੀ। ਬਾਕੀ ਜਿਹੜਾ ਭੈਣ ਜੀ ਬਾਰੇ ਉਹਨੇ ਗੱਲ ਆਖੀ ਆ ਵੀ ਦੇਖੋ, ਜੇ ਉਹਨੇ ਕੋਈ ਸੱਦਾ ਭੇਜਿਆ ਸੀ, ਭੈਣ ਜੀ ਨੇ ਕੋਈ ਸੱਦਾ ਮਨਜ਼ੂਰ ਨਹੀਂ ਸੀ ਕੀਤਾ। ਅੱਛਾ ਜੀ। ਕਿਉਂਕਿ ਜੇ ਤੁਸੀਂ ਉੱਦਾਂ ਹੀ ਲਿਖ ਦਿੰਦੇ ਆ ਵੀ ਉਹ ਨਹੀਂ ਆਉਣਾ, ਇਹ ਤਾਂ ਪਹਿਲਾਂ ਉਹਨੂੰ ਤਾਂ ਕੋਈ ਮਨਜ਼ੂਰ ਹੀ ਨਹੀਂ ਸੀ ਕੀਤਾ ਆਉਣ ਦਾ। ਠੀਕ ਹੈ। ਬਾਕੀ ਇਹ ਹੈਗੀ ਆ ਵੀ ਦੇਖੋ, ਜਿਹੜਾ ਵੀ ਇੱਦਾਂ ਦਾ ਪਰਸਨ ਸੰਵਿਧਾਨ ਨੂੰ ਨਹੀਂ ਮੰਨਦਾ, ਭਾਰਤ ਨੂੰ ਤੋੜਨਾ ਚਾਹੁੰਦਾ, ਤਾਂ ਉਹਦੇ ਤਾਂ ਫੰਕਸ਼ਨਾਂ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ। ਇਹ ਸਾਡੇ ਵਾਮ ਸੇਫ ਵਾਲੇ ਜੀ, ਇਹ ਜ਼ਿਆਦਾ ਜੱਫੀਆਂ ਪਾਉਂਦੇ ਇਹਨੂੰ। ਫਿਰ ਤੁਸੀਂ ਦੇਖੋ ਵੀ ਇੱਕ ਵਾਰੀ ਉਹ ਜਦ MP ਬਣਿਆ ਤਾਂ ਉਹਨੇ ਇੰਨੀ ਜ਼ਿੱਦ ਕੀਤੀ। ਹਾਂ, ਦੇਖੋ ਇਹ ਹੈਗੀ ਆ ਵੀ ਜਿਹੜੇ ਇਸ ਤਰ੍ਹਾਂ ਦੇ ਵੀ ਬੰਦੇ ਇਕੱਠੇ ਹੋ ਜਾਂਦੇ ਆ। ਪਰ ਫਿਰ ਦੇਖੋ, ਚੌਹਾਨ ਸਾਹਿਬ ਪਿੱਛੋਂ ਟੀਵੀ ਬੰਦ ਕਰੋ, ਬੈਕ ਆ ਰਹੀ ਆਵਾਜ਼ ਸਾਨੂੰ ਵੀ। ਟੀਵੀ ਬੰਦ ਕਰੋ ਪਲੀਜ਼। ਹੈਲੋ। ਮੇਰੇ ਖਿਆਲ ਕੱਟ ਆਫ ਹੋਏਗਾ। ਉਹ ਪਿੱਛੇ ਫਿਰ ਸੁਣਦੇ ਰਹਿੰਦੇ ਆ, ਫਿਰ ਆਵਾਜ਼ ਨਹੀਂ ਸਾਨੂੰ ਨਹੀਂ ਸੁਣਦੀ, ਟੀਵੀ ਨਹੀਂ। ਐਨੀਵੇ ਥੈਂਕ ਯੂ। ਤੁਸੀਂ ਜਾਣਦੇ ਆ ਚੌਹਾਨ ਸਾਹਿਬ ਬੜੇ ਸਾਡੀ ਕੌਮ ਦੇ ਹੀਰੇ ਆ। ਹਾਂਜੀ। ਔਰ ਇਹਨਾਂ ਨੂੰ ਪਤਾ ਆ, ਜਦੋਂ ਬਾਬੂ ਕਾਂਸ਼ੀ ਰਾਮ ਜੀ ਹੈ ਨਾ ਪਹਿਲੀ ਵਾਰੀ ਇੰਗਲੈਂਡ 'ਚ ਆਏ ਆ, ਮੈਂ ਉਹਦਾ ਜਨਰਲ ਸੈਕਟਰੀ ਸੀ ਗੁਰੂ ਘਰ ਦੇ ਵਿੱਚ। ਅੱਛਾ ਜੀ। ਅਸੀਂ ਇੱਕ ਰੋਡ 'ਤੇ ਰਹਿੰਦੇ ਸੀ। ਮੇਰੇ ਕੋਲ ਆਏ, ਕਹਿੰਦੇ ਗੇਟੂ ਸਾਹਿਬ ਆਏ ਆ ਵੀ ਆਪਾਂ ਉਹਨਾਂ ਨੂੰ ਗੁਰਦੁਆਰੇ ਲਿਆਵਾਂ। ਮੈਂ ਕਿਹਾ ਤੁਸੀਂ ਗੁਰਦੁਆਰੇ ਲਿਆਓ। ਉੱਥੇ ਲਿਆ ਕੇ ਉਹਨਾਂ ਨਾਲ ਚਾਹ ਪਾਣੀ ਪੀਤਾ, ਔਰ ਇਹਨਾਂ ਨੇ ਲਿਆਂਦਾ ਸੀ।
ਨਹੀਂ ਜਾਂ ਮੈਂ ਬੁੱਕ ਲਿਖੀ ਨਹੀਂ, ਬੜੀ ਮੇਰੀ ਹੈਲਪ ਕੀਤੀ ਹੈ। ਇਹ ਬਹੁਤ ਇਹਨਾਂ ਤੋਂ ਬਿਨਾਂ ਪੋਸੀਬਲ ਨਹੀਂ ਸੀ ਜੀ, ਸੈਂਸੀਬਲ, ਇਹਨਾਂ ਨੂੰ ਪਤਾ ਬਹੁਤ ਆ, ਔਰ ਕਿਸੇ ਵੀ ਜਿਹੜੀ ਟੌਪਿਕ 'ਤੇ ਤੁਸੀਂ ਗੱਲ ਕਰਨੀ ਉਹ ਸਹੀ ਉੱਤਰ ਬਿਲਕੁਲ। ਅੱਛਾ ਜੀ, ਹੁਣ ਸਾਡੇ ਕੋਲ ਟਾਈਮ ਵੀ ਮੇਰੇ ਖਿਆਲ 40-50 ਸੈਕਿੰਡ ਰਹਿ ਗਿਆ। ਸੋ ਅਸੀਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਨਾ ਜੱਟ ਮਾਨਸਿਕਤਾ ਭਾਲਦੀ ਆ, ਇਹ ਅੰਦਰੋਂ ਵੀ ਕਿੰਨੀ ਕੁ ਸਾਡੇ ਲਈ ਇਹਨਾਂ ਦੇ ਪ੍ਰੇਮ ਭਾਵਨਾ ਆ, ਸਾਨੂੰ ਚਾਹੁੰਦੇ ਆ ਕਿ ਨਹੀਂ। ਅਸੀਂ 39% ਹਾਂ, ਅਸੀਂ ਚਮਾਰ ਅਤੇ ਚੂਹੇ ਪੰਜਾਬ 'ਚ ਅਸੀਂ ਇਕੱਠੇ ਅਸੀਂ ਰਾਜ ਭਾਗ ਲੈ ਸਕਦੇ ਹਾਂ, ਅਸੀਂ ਇਕੱਠੇ ਹੋ ਜਾਈਏ। ਆ ਜਿਹੜੇ ਅੱਜ ਕੱਲ੍ਹ ਇੱਦਾਂ ਦੀਆਂ ਕਰਦੇ ਨਾ, ਸਾਨੂੰ ਗੁੱਝੀਆਂ ਹੂਰਾਂ ਸਾਡੇ ਮਾਰਦੇ ਆ, ਵੀ ਕੈਨ ਸਟਾਪ ਇਟ। ਸਾਨੂੰ ਯੂਨਿਟੀ ਦੀ ਬੜੀ ਲੋੜ ਆ। ਸੋ ਤੁਸੀਂ ਲੀਡਰ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਲਈ ਵੀ, ਅਤੇ ਯੂਨਿਟੀ ਦੇ ਨਾਲ ਪੜ੍ਹਾਈ ਕਰਨੀ ਆ, ਪੜ੍ਹਾਈ ਦੇ ਨਾਲ ਹੀ ਇਹ ਸਾਰਾ ਜਿਹੜਾ ਇਹ ਸਿਲਸਿਲਾ ਬੰਦ ਹੋਣਾ। ਅਤੇ ਇੱਦਾਂ ਨਹੀਂ ਤਾਂ ਗਾਲਾਂ ਤੁਹਾਨੂੰ ਹਰ ਦੇਖੋ, ਇੱਕ ਚਪੜਾਸੀ ਮੈਜਿਸਟ੍ਰੇਟ ਦੇ ਗਲਾਸ 'ਚ ਪਾਣੀ ਥੁੱਕ ਥੁੱਕ ਕੇ ਦਿੰਦਾ ਸੀ। ਸੋ ਇਹਨਾਂ ਲਈ ਇੱਕੋ ਹੀ ਆ, ਫਿਰ ਤੁਸੀਂ ਕੁਛ ਬਣੋ, ਦੇਣ ਵਾਲੇ ਬਣੋ। ਸੋ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ, ਅਤੇ ਪ੍ਰਮਾਤਮਾ ਤੁਹਾਨੂੰ ਰਾਜੀ ਰੱਖੇ। ਜੈ ਗੁਰਦੇਵ। ਖਿਆਲ ਆ ਤੁਸੀਂ ਫੇਰ ਜੁੜ ਗਏ ਜੀ ਕਾਂਸ਼ੀ ਟੀਵੀ ਨਾਲ। ਤੁਹਾਡਾ ਸਵਾਗਤ ਆ। ਜੈ ਗੁਰਦੇਵ। ਅਤੇ ਅਸੀਂ ਉਹ ਘਟਨਾਵਾਂ ਜਿਹੜੀਆਂ ਉਹਦੇ ਬਾਰੇ ਅਸੀਂ ਕਰਤਾ ਖਤਮ। ਅਤੇ ਹੁਣ ਜਿਹੜਾ ਅੱਜ ਦਾ ਸਾਡਾ ਮੇਨ ਟੌਪਿਕ ਆ, ਅਸੀਂ ਦੇਖਣਾ ਵੀ ਜਿਹੜਾ ਨਰਕ ਅਤੇ ਸਵਰਗ ਹੈਗਾ, ਜਾਂ ਕਿਹਨੂੰ ਕਹਿੰਦੇ ਆ ਨਰਕ ਅਤੇ ਸਵਰਗ, ਅਤੇ ਨਾਲ ਗੁਰਬਾਣੀ ਦੇ ਵੀ ਆਫਕੋਰਸ ਉਹਦਾ ਵੀ ਹਵਾਲੇ ਦੇ ਕੇ ਕਰਾਂਗੇ। ਸੋ ਇਹ ਨਰਕ ਸਵਰਗ ਦੇ ਬਾਰੇ ਆ। ਇਹਦੇ ਬਾਰੇ ਜਿਹੜਾ ਹਿੰਦੂ ਧਰਮ ਆ, ਇਹਦੇ ਜਿਹੜੇ ਪੁਰਾਣ ਆ ਨਾ, 18 ਪੁਰਾਣ ਲਿਖਿਓ। ਇੱਕ ਗਰੜ ਪੁਰਾਣ ਆ, ਉਹਦੇ ਵਿੱਚ ਇਹੀ ਮੈਨਸ਼ਨ ਕੀਤਾ ਆ ਵੀ ਮੌਤ ਕਦੋਂ ਆਉਂਦੀ ਆ, ਕੌਣ ਆਉਂਦਾ ਇਹਨੂੰ ਲੈਣ, ਉਹਦੇ ਬਾਅਦ 'ਚ ਕੀ ਹੁੰਦਾ, ਉਹਦੇ ਬਾਰੇ ਹੀ ਆ। ਉਹਦੇ ਵਿੱਚ ਮੌਤ ਤੋਂ ਪਹਿਲਾਂ ਦੀ ਜ਼ਿੰਦਗੀ ਅਤੇ ਬਾਅਦ ਦੀ ਜ਼ਿੰਦਗੀ ਦਾ ਵਰਣਨ ਹੈ। ਅਤੇ ਤੁਹਾਨੂੰ ਪਤਾ ਵੀ ਜਿਹੜਾ ਹਿੰਦੂ ਮੈਥੋਲੋਜੀ ਦਾ ਧਰਮ ਰਾਜ ਹੈ, ਇਹਦਾ ਜਿਹੜਾ ਇੰਚਾਰਜ ਆ ਭੇਜਦਾ,
ਤੇ ਉਹਨੇ ਗਾਹਾਂ ਆਪਣੇ ਰੀਡਰ ਜਾਂ ਕਲਰਕ ਕਹਿ ਲਓ ਉਹ ਰੱਖਿਓ ਆ, ਕਹਿੰਦੇ ਵੀ ਮੋਢਿਆਂ 'ਤੇ ਬੈਠੇ ਤੁਹਾਡੇ ਉਹਦੇ, ਜਿਹੜਾ ਤੁਸੀਂ ਚੰਗਾ ਕੰਮ ਕਰੋ ਚੰਗਾ ਲਿਖ ਦਿੰਦੇ, ਜੋ ਮਾੜਾ ਤਾਂ ਮਾੜਾ ਨਾਲ ਦੀ ਨਾਲ। ਉਹਨੂੰ ਕਹਿੰਦੇ ਚਿੱਤਰਗੁਪਤ, ਤੇ ਉਹ ਆ ਕੇ ਦੱਸਦਾ ਫਿਰ ਉਹਦਾ ਜਿਹੜਾ ਫੈਸਲਾ ਕਰਨਾ ਉਹ ਧਰਮਰਾਜ ਕਰਦਾ। ਤੇ ਇਹਦੇ ਵਿੱਚ ਲਿਖਿਆ ਆ ਵੀ ਜੇ ਤੁਹਾਡੀ ਮੌਤ ਆਵੇ ਨੂੰ ਨਹੀਂ, ਇਹਦੇ ਉਪਾਅ ਦੱਸਿਓ ਆ। ਮੌਤ ਆਉਣ ਤੋਂ ਪਹਿਲਾਂ ਤੁਲਸੀ ਦਾ ਪੱਤਾ ਰੱਖੋ ਤਾਂ ਜਿਹੜਾ ਜਮਦੂਤ ਆਊਗਾ ਪਰ ਤੁਹਾਨੂੰ ਨਰਕ 'ਚ ਨਹੀਂ ਲਿਜਾਊਗਾ। ਫਿਰ ਉਹਨੇ ਕਿਹਾ ਗੰਗਾ ਜਲ ਮੂੰਹ 'ਚ ਪਾਓ, ਤੇ ਫਿਰ ਵੀ ਉਹ ਤੁਹਾਨੂੰ ਕਠੋਰ ਦੰਡ ਨਹੀਂ ਦੇ ਸਕਦਾ ਉੱਤੇ ਜਦ ਚਲੇ ਗਏ ਤੁਸੀਂ ਨਰਕ ਦੇ ਵਿੱਚ ਜਾਣ। ਰਮਾਇਣ ਦਾ ਪਾਠ ਕਰਨ ਦੇ ਨਾਲ ਵੀ ਇਹ ਭਗਵਾਨ ਵਿਸ਼ਨੂੰ ਦੀ ਉਸ ਉਪਮਾ ਹੈ, ਤੇ ਇਹਦੇ ਨਾਲ ਵੀ ਤੁਹਾਨੂੰ ਨਰਕ ਨਹੀਂ ਮਿਲੂਗਾ, ਤੁਸੀਂ ਜਿੰਨੇ ਮਰਜ਼ੀ ਕ੍ਰਾਈਮ ਕੀਤੇ ਹੋਏ ਹਨ। ਤੇ ਮੌਤ ਦੇ ਲੱਛਣ ਕੀ ਆ, ਇਹ ਗਰੁੜ ਪੁਰਾਣ ਦੇ ਵਿੱਚ ਲਿਖਿਆ, ਮੈਂ ਉਹਦਾ ਸਾਰਾ ਦੱਸ ਰਿਹਾ। ਸ਼ਿਵ ਜੀ ਨੂੰ ਮਹਾਕਾਲ ਕਿਹਾ ਜਾਂਦਾ ਹੈ, ਤੇ ਇਹਦੇ ਵਿੱਚ ਸ਼ਿਵ ਜੀ ਪੁਰਾਣ ਦਾ ਇੱਕ ਇਹਦਾ ਸਭ ਹੈਗਾ, ਉਹਦੇ ਉਹ ਲਿਖਿਆ। ਕਹਿੰਦੇ ਵੀ ਜਿਸ ਵਿਅਕਤੀ ਨੂੰ ਨੀਲੀਆਂ ਮੱਖੀਆਂ ਘੇਰ ਲੈਣ, ਉਹ ਸਮਝ ਲਓ ਵੀ 6 ਮਹੀਨੇ 'ਚ ਉਹਦਾ ਅੰਤ ਆ ਜਾਣਾ। ਜੇ ਕਾਂ ਕਬੂਤਰ ਜਾਂ ਇੱਲ ਸਿਰ 'ਤੇ ਤੁਹਾਡੇ ਕਿਤੇ ਬਹਿ ਜਾਵੇ, ਇਹ ਸਮਝੋ ਵੀ 1 ਮਹੀਨੇ 'ਚ ਤੁਹਾਡੀ ਬਾਏ ਬਾਏ ਹੋ ਜਾਣੀ ਆ। ਕਿਸੇ ਵਿਅਕਤੀ ਦੇ ਸਰੀਰ ਅਚਾਨਕ ਚਿੱਟਾ ਪੀੜਾ ਹੋ ਜਾਵੇ ਜਾਂ ਕੁਝ ਲਾਲ ਲਾਲ ਨਿਸ਼ਾਨ ਹੋ ਜਾਣ, ਤਾਂ ਵੀ ਮੌਤ 6 ਮਹੀਨੇ 'ਚ ਆ ਸਕਦੀ ਹੈ। ਜੀਭ ਕੰਨ ਮੂੰਹ ਠੀਕ ਤਰ੍ਹਾਂ ਕੰਮ ਨਾ ਕਰਨ ਤਾਂ ਵੀ 6 ਮਹੀਨੇ। ਜਿਸ ਵਿਅਕਤੀ ਨੂੰ ਸੂਰਜ ਅਤੇ ਚੰਦਰਮਾ ਦੇ ਦੁਆਲੇ ਕਾਲੇ ਕਾਲੇ ਘੇਰੇ ਦਿਸਣ ਲੱਗ ਪਣ, ਤੇ ਉਹਦੀ 15 ਦਿਨਾਂ 'ਚ ਮੌਤ ਹੋ ਜਾਏਗੀ। ਇਹ ਖੰਘ ਨੱਗ ਬਕਣ ਲੱਗ ਜਾਵੇ, ਮੂੰਹ ਗਲਾ ਸੁੱਕਣ ਲੱਗ ਜਾਵੇ, ਉਹਦੀ 6 ਮਹੀਨੇ 'ਚ ਮੌਤ ਹੋਊਗੀ। ਜਿਹਨੂੰ ਆਪਣਾ ਚਿਹਰਾ ਜਲ ਤੇਲ ਘਿਓ ਅਤੇ ਸ਼ੀਸ਼ੇ ਦੇ ਵਿੱਚ ਨਹੀਂ ਦਿਸਦਾ, ਉਹ ਵੀ 6 ਮਹੀਨੇ 'ਚ ਮਰ ਜਾਊਗਾ। ਤੇ ਤਾਲੂ ਸੁੱਕੇ ਸਾਰੇ ਅੰਗਾਂ 'ਚ ਅਗੜਾਈ ਆ ਜਾਵੇ, ਉਹ ਵੀ 1 ਮਹੀਨੇ ਦੇ ਵਿੱਚ ਚਲੇ ਜਾਊਗਾ। ਤੇ ਇਹ ਗਰੁੜ ਪੁਰਾਣ ਦੇ ਵਿੱਚ ਇਹ ਦੱਸਿਆ ਵੀ ਕਿੱਦਾਂ ਬੰਦਾ ਹੈਗਾ। ਤੇ ਬਾਕੀ ਅਸੀਂ ਕਰਦੇ ਹਾਂ ਵੀ ਨਰਕ ਸਵਰਗ ਹੈ ਕਿ ਤੁਸੀਂ ਜੇ 1 ਮਿੰਟ ਵਿੱਚ ਕਰਨਾ ਤਾਂ ਤੁਸੀਂ ਦੱਸ ਸਕਦੇ ਹੋ। ਬੜਗਾ ਸਾਹਿਬ ਆ ਜਿਹੜੇ ਤੁਸੀਂ ਇਹਨਾਂ ਦੇ ਗਰੁੜ ਪੁਰਾਣ ਦੀ ਤੁਸੀਂ ਗੱਲ ਕੀਤੀ ਹੈ ਨਾ, ਹਾਂਜੀ, ਮੈਂ ਤੇ ਬਿਲਕੁਲ ਇਹਨੂੰ ਨਹੀਂ ਮੰਨਦਾ, ਕਿਉਂਕਿ ਜਿਹੜੀਆਂ ਚੀਜ਼ਾਂ ਆ ਇੱਥੇ ਸਾਇੰਸ ਦਾ ਜ਼ਮਾਨਾ ਆ। ਕੋਈ ਚੀਜ਼ ਮਾੜੀ ਜਿਹੀ ਹੁੰਦੀ ਹੈ, ਥੋੜਾ ਗਲਾ ਖਰਾਬ ਹੁੰਦਾ, ਚੱਕਰ ਹੁੰਦਾ, ਸਾਰਾ ਕੁਝ ਥਾਂ ਤੁਹਾਡੇ ਹਟ ਜਾਂਦਾ। ਇਹਨਾਂ ਨੇ ਜਿਹੜੇ ਪਖੰਡ ਬਣਾਏ ਆ ਹਿੰਦੂਆਂ ਨੇ, ਉਹ ਬਿਲਕੁਲ ਸਾਡੀ ਕੌਮ ਨੂੰ, ਗਰੀਬਾਂ ਨੂੰ ਲੁੱਟਣ ਲਈ, ਗਰੀਬਾਂ ਦੇ ਉੱਤੇ ਹੀ ਲਾਗੂ ਕੀਤੇ ਆ, ਤਾਂ ਕਿ ਚੀਜ਼ਾਂ ਲੈਣ ਖਾਣ ਪੀਣ, ਜਿੰਨਾ ਚੰਗਾ ਸਾਡਾ ਮਾਲ ਵਿਕੇ। ਹਾਂਜੀ, ਇਹ ਸਾਰਾ ਇਹਨਾਂ ਦਾ ਜਿਹੜਾ ਹੈਗਾ ਪਰੰਦਾ ਬਣਾ ਆ। ਮੌਤ ਨੂੰ ਤਾਂ ਕਿਸੇ ਨੂੰ ਕੋਈ ਡੈਥ ਡੇਜ਼ ਡੂਮਸ ਦੇ ਪਤਾ ਨਹੀਂ ਕਦੋਂ ਆਉਣੀ, ਕਿਸੇ ਨੂੰ ਪਤਾ ਨਹੀਂ। ਇਹ 6 ਮਹੀਨੇ ਦੱਸਦੇ ਆ, ਕਦੀ 4 ਮਹੀਨੇ ਦੱਸਦੇ ਆ। ਇਹਨਾਂ ਨੂੰ ਆਪਣਾ ਨਹੀਂ ਪਤਾ ਵੀ ਨਹੀਂ ਕਦੋਂ ਮਰ ਜਾਣਾ। ਲੋਕਾਂ ਨੂੰ ਇਹ ਭੁਲੇਖੇ 'ਚ ਪਾ ਕੇ, ਉਹਨਾਂ ਨੂੰ ਡਰਾ ਕੇ ਧਮਾ ਕੇ, ਸਾਡੀ ਕਮਜ਼ੋਰੀ ਤਾਂ ਨਹੀਂ, ਸਾਨੂੰ ਵੀ ਨਹੀਂ ਕਮਜ਼ੋਰ ਹੀ ਕੀਤਾ ਸਦੀਆਂ ਦੇ ਵਿੱਚ। ਨਾ ਪੜ੍ਹਨ ਦੇਣਾ, ਨਾ ਸਕੂਲੇ ਜਾਣ ਦੇਣਾ, ਨਾ ਕੁਝ ਦੇਖਣ ਦੇਣਾ, ਨਾ ਰਹਿਣਾ ਦੇਣਾ, ਨਾ ਜਿੱਥੇ ਖੜ੍ਹੇ ਉੱਥੇ ਖੜ੍ਹੇ ਰਹੋ, ਜੇ ਤੁਸੀਂ ਹਿੱਲ ਗਏ ਤਾਂ ਤੁਹਾਨੂੰ ਮਾਰ ਦੇਣਾ। ਉਹ ਕੁਝ ਸਾਡੇ ਦਿਮਾਗ 'ਚ ਕੁਝ ਪੈਣ ਹੀ ਨਹੀਂ ਦਿੱਤਾ। ਪਾਉਂਦੇ ਇਹੀ ਦਿਮਾਗ ਦੇ ਵਿੱਚ ਰਹੇ ਆ ਕਿ ਤੁਸੀਂ ਇੱਦਾਂ ਤੁਹਾਡਾ ਭਲਾ ਹੋਣਾ, ਇੱਦਾਂ ਹੋਣਾ, ਜਿਹਦੇ ਨਾਲ ਸਾਨੂੰ ਨਰਕਾਂ ਨੂੰ ਹੀ ਧੋੜ ਦਿੱਤਾ। ਆਪ ਨਿਕਲ ਕੇ ਚਲੇ ਗਏ ਸਾਰੇ ਪਾਸੇ। ਬੜੇ ਹੁਣ ਮੈਂ ਉਦਾਹਰਨ ਦਿੰਦਾ ਮਾੜੀ ਜੀ, ਕਿ ਮੈਨੂੰ ਬਨਾਰਸ ਜਾਣ ਦਾ ਤਾਂ ਮੌਕਾ ਮਿਲਿਆ ਨਾ, ਜਿਹੜੇ ਇਹਨਾਂ ਦੀ ਜਗ੍ਹਾ ਬਣਾਈ ਹੈ ਕਈ, ਮੈਂ ਦੇਖੀਆਂ ਬਾਹਰੋਂ ਹੀ ਕੋਈ 20-25 ਗਜ ਤੋਂ ਕਿੰਨੀ ਸਫਾਈ ਆ, ਅੰਦਰ ਜਾਂਦਿਆਂ ਕਾਲ ਆਈ ਜੀ। ਹਾਂਜੀ, ਜੈਗਦੇਵ ਜੀ। ਹਾਂਜੀ ਸਰ ਜੀ, ਜੈ ਗੁਰਦੇਵ। ਕੌਣ ਬੋਲਦੇ ਸਾਹਿਬ ਜੀ? ਜੀ ਮੈਂ ਜੇਪੀ ਔਜਲਾ ਬੋਲ ਰਿਹਾ ਜੀ, ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀ। ਔਜਲਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇਹਨਾਂ ਜਿਹੜੇ ਆਪਣੇ ਵਿਚਾਰ ਦੱਸਦੇ ਹੈਗੇ ਆ, ਉਹ ਬਹੁਤ ਕਾਬਿਲ ਤਾਰੀਫ ਹੈ। ਤੇ ਜਿਹੜਾ ਉਹ ਸਿਮਰਨਜੀਤ ਸਿੰਘ ਮਾਨ ਨੇ ਭੈਣ ਮਾਇਆਵਤੀ ਦੇ ਬਾਰੇ ਗਲਤ ਲਫ਼ਜ਼ ਬੋਲੇ ਹੈਗੇ ਆ, ਉਹਨੂੰ ਜੇ ਸੁਣਿਆ ਜਾਵੇ ਕਿ ਉਹਨੂੰ ਇੰਨੀ ਵੀ ਤਮੀਜ਼ ਨਹੀਂ ਕਿ ਇਹਨਾਂ ਕਿਹੜੀ ਗੱਲ ਕਿੱਥੇ ਕਹਿਣੀ ਚਾਹੀਦੀ ਹੈ, ਕਿੱਥੇ ਨਹੀਂ। ਕੀ ਉਹ ਆਪਣੇ ਸਮਾਜ ਦੇ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਏਦਾਂ ਹੀ ਬੋਲਦਾ ਹੋਵੇਗਾ? ਨਹੀਂ, ਇਹ ਜਾਤੀ ਮਾਨਸਿਕਤਾ ਉਹਦੀ ਜਾਤੀ। ਹਾਂਜੀ, ਇਹੋ ਜਿਹੇ ਬੰਦੇ ਨੂੰ ਲੀਡਰਪੁਣਾ ਦੇ ਕੇ ਉਹ ਇੱਕ ਕਹਾਵਤ ਜਿਹੀ ਯਾਦ ਆ ਜਾਂਦੀ ਹੈਗੀ ਕਿ ਲੁੱਚਾ ਲੰਡਾ ਚੌਧਰੀ। ਤੇ ਗਾਂ ਤੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਪਰ ਇਹੋ ਜਿਹੇ ਬੰਦੇ ਨੂੰ ਕਮ ਸੇ ਕਮ ਉਸ ਬੰਦੇ ਨੂੰ ਲਿਆਵੇ ਜਿਹੜਾ ਸਮਾਜ ਦੀ ਵਾਸਤੇ ਕੁਝ ਕਰਕੇ ਦਿਖਾਵੇ ਜਾਂ ਆਵਾਮ ਦੇ ਵਾਸਤੇ ਕੋਈ ਚੰਗਾ ਕੰਮ ਕਰੇ, ਤਾਂ ਉਹ ਲੀਡਰ ਦੇ ਵੀ ਕਾਬਲ ਆਉਣ। ਤੇ ਆ ਜਿਹੜੇ 5 ਕਕਾਰ ਪਾਏ, ਉਹਨਾਂ ਨੂੰ ਵੀ ਲਾਜ ਲਾਤੀ, ਉਹਨਾਂ ਨੂੰ ਇਹ ਬੁੱਲਣ ਦੀ ਨਹੀਂ ਤਮੀਜ਼, ਤਾਂ ਉਹ ਹੋਰ ਕੀ ਮਤਲਬ ਚੰਗਾ ਕੋਈ ਕੰਮ ਕਰਨਾ। ਬਾਕੀ ਆਪ ਜੀ ਨੇ ਉਹ ਗਰੁੜ ਪੁਰਾਣ ਬਾਰੇ ਕੁਝ ਵਿਚਾਰ ਕਰਦੇ ਸੀਗੇ। ਗੁਰੂ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਪੂਜਾ ਅਰਚਨ ਜਾਨੂ ਤੇਰੀ ਕਹਿ ਰਵਿਦਾਸ ਸਭ ਨਗਤ ਮੇਰੀ। ਕਹਿੰਦੇ ਨੇ ਕਿ ਮੈਂ ਜਿਹੜੇ ਇਹ
ਖੰਡ ਵਾਲੀ ਕਹਿੰਦਾ ਪੂਜਾ ਪਾਠ ਆ ਇਹ ਨਹੀਂ ਕਰਦਾ, ਇਹ ਅਕਾਲ ਪੁਰਖ ਤੇ ਕੀ ਮੇਰੀ ਗਤੀ ਨਹੀਂ ਹੋਵੇਗੀ। ਜੀ ਜੀ। ਸੋ ਉਹਨਾਂ ਨੇ ਹਰ ਪੱਖੋਂ ਸਾਡੇ ਮਾਨਵਤਾ ਨੂੰ, ਇਨਸਾਨਾਂ ਨੂੰ ਸਮਝਾਇਆ ਕਿ ਭਾਈ ਜੀਣਾ ਕਿੱਦਾਂ ਹੈ, ਆਪਣੇ ਸਮਾਜ ਵਾਸਤੇ ਤੁਸੀਂ ਕੀ ਕਰਨਾ, ਤੁਸੀਂ ਆਪਣੀ ਲਾਈਫ ਵਿੱਚ ਕਿਹੜਾ ਕਿਹੜਾ ਕੰਮ ਕਰਨਾ, ਬੱਚਿਆਂ ਨੂੰ ਚੰਗੀ ਤਾਲੀਮ ਦੇਣੀ। ਇਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਇਲਾਹੀ ਬਾਣੀ, ਅੰਮ੍ਰਿਤ ਬਾਣੀ ਜੋ ਧਾਰਮਿਕ ਗ੍ਰੰਥ ਹੈ ਉਹ ਸਾਨੂੰ ਇਹ ਪ੍ਰੇਰਿਤ ਕਰਦਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਔਜਲਾ ਸਾਹਿਬ, ਬਹੁਤ ਤੁਹਾਡਾ ਜੈ ਗੁਰਦੇਵ, ਥੈਂਕ ਯੂ। ਔਜਲਾ ਸਾਹਿਬ ਜੀ ਇਹ ਇਟਲੀ ਤੋਂ ਹਮੇਸ਼ਾ ਫੋਨ ਕਰਦੇ ਤੇ ਬੜੇ ਪੜ੍ਹੇ ਲਿਖੇ ਆ। ਕਿੱਥੋਂ? ਇਟਲੀ ਤੋਂ ਔਜਲਾ ਸਾਹਿਬ। ਹਾਂਜੀ, ਔਜਲਾ ਸਾਹਿਬ। ਅਸਲ 'ਚ ਸਵਰਗ ਕੀ ਆ? ਸੁੱਖ ਦਾ ਨਾਂ ਹੀ ਸਵਰਗ ਆ। ਜੋ ਜੀਵ ਨੂੰ ਚਾਹੀਦਾ, ਜੋ ਅੱਖਾਂ ਨੂੰ ਚਾਹੀਦਾ, ਜੋ ਅਸੀਂ ਕੰਨਾਂ ਰਾਹੀਂ ਆਪਣੀ ਸਿਫਤ ਸੁਣੀਏ, ਇਹਦਾ ਨਾਂ ਸਵਰਗ ਆ। ਜਾਂ ਨਾ ਮਿਲੇ ਤਾਂ ਉਹੀ ਨਰਕ ਹੋ ਜਾਂਦਾ। ਇੰਦਰੀਆਂ ਦੇ ਸੁੱਖ ਨੂੰ ਹੀ ਸਵਰਗ ਕਿਹਾ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਆ ਬਾਣੀ ਦੇ ਵਿੱਚ, ਮੁਕਤ ਭੁਗਤ ਜਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਈਏ ਤਹਾਂ ਬੈਕੁੰਠ ਜਹਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਈਏ। ਫਿਰ ਉਹ ਕਹਿੰਦੇ, ਹਮ ਕਾਹੂ ਕੀ ਕਾਨ ਨਾ ਕੱਢਦੇ, ਆਪਣੇ ਗੁਰ ਪ੍ਰਸਾਦੇ, ਅਸੀਂ ਵੀ ਕਿਸੇ ਦੇ ਮੁਥਾਜ ਨਹੀਂ। ਸਾਧ ਸੰਗਤ ਸੱਚਖੰਡ ਵਿੱਚ ਸੱਤ ਪੁਰਖ ਵਸੇ ਨਿਰੰਕਾਰਾ। ਆ ਜਿਹੜੀ ਨਾ ਸਾਧ ਸੰਗਤ ਆ, ਜਿੱਥੇ ਚਾਰ ਭਰਾ ਬਹਿੰਦੇ ਆ, ਅਸੀਂ ਉਹਦੀ ਸਿਫਤ ਕਰਦੇ ਹਾਂ, ਉਹੀ ਕਹਿੰਦੇ ਸਵਰਗ ਹੈ। ਤੋ ਇਹਦੇ ਵਿੱਚ ਗੁਰਬਾਣੀ ਦੇ ਹੋਰ ਵੀ ਆਉਂਦਾ, ਤੇ ਸਾਖੀ ਆਉਂਦੀ ਆ ਕਬੀਰ ਸਾਹਿਬ ਦੀ। ਕਬੀਰ ਸਾਹਿਬ ਕਹਿੰਦੇ ਜਦੋਂ ਇਹਨਾਂ ਦੀ ਅੰਤਿਮ ਸਮਾਂ ਆਇਆ ਤੇ ਉਹਨਾਂ ਦੇ ਜਿਹੜੇ ਸੀ ਪੂਜਣ ਵਾਲੇ ਖੜੇ ਆ, ਕਬੀਰ ਸਾਹਿਬ ਰੋਣ ਲੱਗ ਪਏ। ਉਹਨਾਂ ਨੂੰ ਕਹਿੰਦੇ, ਮਹਾਰਾਜ ਇਹ ਕੀ? ਤੁਸੀਂ ਤਾਂ ਲਿਖਿਆ ਜਿਸ ਮਰਨੇ ਤੇ ਜਗ ਮਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਆਨੰਦ, ਇਹ ਤੁਸੀਂ ਹੁਣ ਕਿਉਂ ਰੋਣੇ? ਉਹ ਕਹਿੰਦੇ ਵੀ ਮੈਨੂੰ ਜਮਦੂਤ ਲੈਣ ਆ ਗਏ ਹਨ ਸਵਰਗਾਂ 'ਚ ਲਿਜਾਣ ਲਈ, ਪਰ ਜੋ ਮੈਨੂੰ ਸਾਧੂ ਸੰਗਤ ਵਿੱਚ ਪ੍ਰਾਪਤ ਹੋਇਆ, ਸਾਧੂ ਸੰਗਤ ਕਰਕੇ, ਉਹ ਧਰਮ ਵਾਲੇ ਸਵਰਗ 'ਚ ਨਹੀਂ ਮਿਲਣਾ। ਜਦੋਂ ਜਿਹੜੇ ਹਨ, ਰਾਮ ਬੁਲਾਵਾ ਭੇਜਿਆ ਦੇਖ ਕਬੀਰਾ ਰੋਏ, ਜੋ ਸੁਖ ਸਾਧੂ ਸੰਗ ਮੇ ਸੋ ਬੈਕੁੰਠ ਨਾ ਹੋਏ। ਉਹ ਕਹਿੰਦੇ ਵੀ ਬਸ ਜੋ ਨਾ ਮੈਂ ਇੱਥੇ ਆਪਣੀ ਸਾਧ ਸੰਗਤ ਦੇ ਵਿੱਚ ਇਹ ਬੇਕੁੰਠ ਮੈਨੂੰ ਇੱਥੇ ਲੱਗਦਾ, ਮੈਨੂੰ ਪਤਾ ਹੈ ਮੈਂ ਉੱਥੇ ਨਰਕਾਂ ਨਹੀਂ ਜਾਣਾ, ਪਰ ਮੈਨੂੰ ਇਹ ਜਿਹੜਾ ਨਾ ਇੱਥੇ ਦਾ ਅਸਲੀਅਤ ਆ ਜ਼ਿੰਦਗੀ ਦੀ, ਵੀ ਉਹਨਾਂ ਪਿਆਰ ਆ। ਤੇ ਮੈਂ ਤਾਂ ਕਹਿੰਦਾ ਕਮਾਲ ਕੀਤੀ ਆ ਇਹਨਾਂ ਨੇ। ਤੇ ਫਿਰ ਕਬੀਰ ਸਾਹਿਬ ਪੰਨਾ 325 ਤੇ ਇਹਨਾਂ ਨੇ ਬੜਾ ਸੋਹਣਾ ਇਹਦੇ ਬੈਕੁੰਠ ਨੂੰ ਕਹਿੰਦੇ ਆ ਸਵਰਗ ਨੂੰ, ਜੋ ਜਨ ਪਰਮਤ ਪਰਮਨ ਜਾਣਾ, ਬਾਤਨ ਹੀ ਬੈਕੁੰਠ ਸਮਾਨਾ। ਜੋ ਮਨੁੱਖ ਆਖਦੇ ਹਨ ਕਿ ਅਸੀਂ ਉਸ ਬੇਪਰਵਾਹ ਬੇਅੰਤ ਪ੍ਰਭੂ ਨੂੰ ਜਾਣ ਲਿਆ ਹੈ, ਉਹ ਸਿਰਫ ਗੱਲਾਂ ਵਿੱਚ ਹੀ ਸਵਰਗ ਵਿੱਚ ਆਪਣੇ ਸਮਝਦੇ ਹਨ। ਨਾ ਜਾਣਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹੇ ਤਹਾਂ ਹੀ। ਮੈਨੂੰ ਤਾਂ ਪਤਾ ਨਹੀਂ ਉਹ ਬੈਕੁੰਠ ਹੈ ਕਿੱਥੇ, ਜਿੱਥੇ ਇਹ ਸਾਰੇ ਲੋਕ ਕਹਿ ਰਹੇ ਹਨ ਕਿ ਚੱਲਣਾ ਹੈ ਚੱਲਣਾ ਹੈ। ਕਵਨ ਕਹਾਵਨ ਨਹੀਂ ਪਤਿਆਈ ਹੈ, ਤਉ ਮਨ ਮਾਨੇ ਜਾਤੇ ਹਉਮਾ ਜਾਈ ਹੈ। ਇਸ ਤਰ੍ਹਾਂ ਕਹਿਣ ਨਾਲ ਮਨ ਨੂੰ ਤਸੱਲੀ ਨਹੀਂ ਹੋ ਸਕਦੀ। ਮਨ ਨੂੰ ਤਾਂ ਹੀ ਤਸੱਲੀ ਆ ਸਕਦੀ ਹੈ ਜੇ ਹੰਕਾਰ ਦੂਰ ਹੋ ਜਾਵੇ। ਫਿਰ ਕਹਿੰਦੇ, ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਜਦ ਤੱਕ ਮਨ ਵਿੱਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ, ਮਨ ਪ੍ਰਭੂ ਦੇ ਚਰਨਾਂ 'ਚ ਨਹੀਂ ਜੁੜ ਸਕਦਾ। ਕਹਿ ਕਬੀਰ ਇਹ ਕਹੀਏ ਕਾ, ਸਾਧ ਸੰਗਤ ਬੈਕੁੰਠੇ ਆ। ਤੇ ਕਬੀਰ ਇਹ ਗੱਲ ਕਿਵੇਂ ਸਮਝਾ ਕੇ ਦੱਸੀਏ ਕਿ ਸਾਧ ਸੰਗਤ ਹੀ ਅਸਲੀ ਬੈਕੁੰਠ ਹੈ। ਮਹਾਰਾਜ ਨੇ ਦੇਖੋ ਕਮਾਲ ਕੀਤੀ ਆ। ਫਿਰ ਤੁਸੀਂ ਚੰਗੀ ਕੰਪਨੀ 'ਚ ਬੈਠੋ, ਹਾਂਜੀ, ਸਾਧ ਸੰਗਤ ਦੇ ਵਿੱਚ ਚੰਗੇ ਵਿਚਾਰ ਸੁਣੋ, ਤੇ ਉਹੀ ਸਵਰਗ ਹੈ। ਤੇ ਇੱਥੇ ਤਾਂ ਤੁਸੀਂ ਕੋਈ ਕਹਿਣਾ ਜਾਂ ਅੱਗੇ ਚਾਲੇ ਪਾਈਏ ਜੀ? ਅੱਗੇ ਚੱਲੀਏ। ਅੱਛਾ, ਫਿਰ ਇਹਨਾਂ ਨੇ ਮਹਾਰਾਜ ਨੇ ਕਹਿੰਦੇ ਆ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ। ਕਹਿੰਦੇ ਵੀ ਹੈ ਹੀ ਨਹੀਂ ਸਵਰਗ ਨਰਕ, ਕੋਈ ਨਹੀਂ, ਸੰਤ ਨਹੀਂ ਮੰਨਦੇ ਇਹਨਾਂ ਨੂੰ। ਹਮ ਕਾਹੂ ਕੀ ਕਾਣ ਨਾ ਕੱਢਦੇ, ਆਪਣੇ ਗੁਰ ਪ੍ਰਸਾਦੇ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੇ। ਕਹਿੰਦੇ ਪਰਮਾਤਮਾ ਇਨਸਾਨ 'ਚ ਫਰਕ ਕੋਈ ਨਹੀਂ ਹੈਗਾ, ਨਰਕ ਸਵਰਗ ਦੀ ਕੋਈ ਚੀਜ਼ ਨਹੀਂ। ਅਸੀਂ ਇਹਨੂੰ ਰੱਦ ਕਰਤਾ ਹੈ। ਗੁਰੂ ਨੇ ਇਹ ਸੱਚਾਈ ਦੱਸੀ ਹੈ, ਤੇ ਸੱਚ ਜਾਣ ਕੇ ਉਹ ਜਾਪਦਾ ਹੈ ਕਿ ਮੈਂ ਤੇ ਰਾਮ ਇੱਕ ਹੋ ਗਏ ਹੈ। ਸਤਿਗੁਰੂ ਰਵਿਦਾਸ ਮਹਾਰਾਜ ਨੇ ਵੀ ਕਿਹਾ, ਤੂੰ ਹੀ ਮੋਹੀ ਅੰਤਰ ਕੈਸਾ ਹੈ ਜੀ, ਕਨ ਕਟ ਤਰੰਗ ਜੈਸਾ। ਮਹਾਰਾਜ ਨੇ ਦੇਖੋ ਇਹਨਾਂ ਨੇ ਬੜੀ ਕਾਰ ਕੀਤੀ ਆ। ਇਹ ਜਿਹੜੀ ਜ਼ਿੰਦਗੀ ਹੈ ਨਾ, ਜਿਹੜੀ ਅਸੀਂ ਜੀ ਰਹੇ ਹਾਂ, ਜਿਹੜੀਆਂ ਹੁਣ ਅਸੀਂ ਗੱਲਾਂ ਕਰ ਰਹੇ ਹਾਂ, ਅਸੀਂ ਤੁਹਾਨੂੰ ਦੇਖ ਰਹੇ, ਤੁਸੀਂ ਸਾਨੂੰ ਦੇਖ ਰਹੇ ਹੋ, ਇਹ ਅਸਲੀ ਜ਼ਿੰਦਗੀ ਆ। ਕਹਿੰਦੇ ਨਾ ਉਹ ਮੌਤ ਸੱਚ ਹੈ, ਜੀਣਾ ਝੂਠ ਹੈ। ਨਹੀਂ, ਇਹ ਜੀਣਾ ਜੋ ਜੀ ਰਹੇ ਨਾ ਜ਼ਿੰਦਗੀ, ਇਹ ਸੱਚ ਹੈ। ਇਸ ਜ਼ਿੰਦਗੀ 'ਚ ਅਸੀਂ ਆਪਣੇ ਬੱਚੇ ਸਾਡੇ ਕੋਲ ਆਉਂਦੇ ਆ, ਅਸੀਂ ਉਹਨਾਂ ਦੀ ਪਰਵਰਿਸ਼ ਕਰਦੇ, ਸਾਡੇ ਬਜ਼ੁਰਗਾਂ ਨੇ ਸਾਨੂੰ ਪਾਲਿਆ। ਇਹ ਜ਼ਿੰਦਗੀ ਇਹਨਾਂ ਪਿਆਰ ਕਰੋ, ਇਹਦੇ ਵਿੱਚ ਪੜ੍ਹਾਈ ਕਰਾਓ, ਇਹਦੇ 'ਚ ਕੁਛ ਬਣੋ, ਤੇ ਇਹਨਾਂ ਰੱਖੋ। ਤੇ ਆ ਜਿਹੜੀਆਂ ਪੁਰਾਣੀਆਂ ਗੱਲਾਂ, ਇਹਦਾ ਕੋਈ ਫਾਇਦਾ ਨਹੀਂ ਕਰਨ ਦਾ।
ਕਿਸੇ ਨੇ ਅੱਜ ਤਾਈਂ ਮੇਰਾ ਖਿਆਲ ਨਹੀਂ, ਮੇਰੀ ਵੀ ਉਮਰ ਬਹੁਤ ਹੋ ਗਈ ਆ, ਕਿਸੇ ਨੇ ਦੱਸਿਆ ਹੋ ਵੀ ਉੱਥੇ ਨਰਕ ਸਵਰਗ ਹੈਗਾ ਜਾਂ ਯਮਦੂਤ ਜਾਂ ਭਿਊ ਹੈ ਜੀ। ਸੋ ਇਸ ਜਿਹੜੀ ਆ ਹੁਣ ਅਸੀਂ ਜਿੱਥੇ ਜੀਨੇ ਨਾ, ਇਹਨਾਂ ਪਿਆਰ ਕਰੋ। ਅਤੇ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣੀ ਚਾਹੁੰਦਾ ਹੈ ਜੀ। ਦੋ ਔਰਤਾਂ ਉਹਨੇ ਬੜੀ ਭਗਤੀ ਕੀਤੀ ਬੜੇ, ਅਤੇ ਮਹਾਰਾਜ ਨੇ ਉਹਨੂੰ ਦਰਸ਼ਨ ਦਿੱਤੇ ਵੀ ਦੱਸੋ ਵੀ ਤੁਸੀਂ ਸਾਨੂੰ ਕੀ ਚਾਹੇ ਆ, ਕੀ ਮੰਗਣ। ਇੱਕ ਕਹਿੰਦੀ ਹੱਥ ਜੋੜ ਕੇ ਖੜ੍ਹ ਗਈ, ਕਹਿੰਦੀ ਮੈਂ ਮਹਾਰਾਜ ਮੈਂ ਆਪਣੇ ਪੋਤੀ ਪੋਤਿਆਂ ਨੂੰ ਸੋਨੇ ਦੇ ਭਾਂਡਿਆਂ 'ਚ ਦੁੱਧ ਪੀਂਦੀ ਦੇਖਾਂ। ਦੇਖ ਲਓ, ਇਹ ਸਾਨੂੰ ਮੰਗਣ ਦਾ ਵੀ ਢੰਗ ਹੋਣਾ ਚਾਹੀਦਾ। ਉਹਨੇ ਸਭ ਕੁਛ ਹੀ ਮੰਗ ਲਿਆ ਹੈ ਜੀ, ਦੁੱਧ ਪੁੱਤ ਵੀ ਮੰਗ ਲਿਆ, ਪੋਤੀਆਂ ਪੋਤੇ ਵੀ ਮੰਗ ਲਏ, ਅਤੇ ਨਾਲ ਦੂਜੀ ਮਾਇਆ ਵੀ ਮੰਗ ਲਈ ਸੋਨੇ ਦੇ ਭਾਂਡਿਆਂ 'ਚ ਹਾਂਜੀ। ਅਤੇ ਉਹ ਕਹਿੰਦੇ ਅੱਛਾ ਤੈਨੂੰ ਇਹ ਮਿਲੇਗਾ। ਦੂਜੀ ਉਹ ਥੋੜ੍ਹੀ ਜਿਹੀ ਮੇਰੇ ਵਾਂਗੂ ਲਾਲਚੀ ਹੋ ਗਈ, ਉਹ ਕਹਿੰਦੇ ਹਾਂ ਤੈਨੂੰ ਕੀ ਚਾਹੀਦਾ। ਕਹਿੰਦੀ ਵੀ ਮੈਨੂੰ ਤਾਂ ਨਾ ਇਹ ਤੁਸੀਂ ਪਹਿਲੀ ਗੱਲ ਮੈਨੂੰ ਇਹ ਦੱਸੋ ਸੱਚੀ ਕਹਿੰਦੇ ਮੈਂ ਜੋ ਉਹ ਮਿਲੂਗਾ। ਕਹਿੰਦੇ ਬਿਲਕੁਲ ਮਿਲੂਗਾ, ਬੋਲ ਸਹੀ। ਕਹਿੰਦੀ ਵੀ ਮੈਂ ਜਿਹੜੀ ਚੀਜ਼ ਨੂੰ ਹੱਥ ਲਵਾਂ ਸੋਨੇ ਦੀ ਹੋ ਜਾਵੇ। ਉਹ ਕਹਿੰਦੇ ਚੱਲ ਇੱਦਾਂ ਹੀ ਹੋਊਗੀ ਤੇਰੀ। ਉਹ ਉੱਠੇ ਫਟਾਫਟ ਮੱਥਾ ਟੇਕ ਕੇ ਨੱਠੀ ਘਰ ਨੂੰ, ਜਿਹੜਾ ਵੀ ਭਾਂਡਾ ਆਵੇ ਹੱਥ ਲਾਵੇ ਉਂਗਲੀ ਲਾਵੇ ਅਤੇ ਨੱਠ ਨੱਠ ਕੇ ਉਹ ਸਭ ਸੋਨੇ ਦੀਆਂ ਬਣੀ ਜਾਣ, ਬੜੀ ਖੁਸ਼ ਹਾ ਕਰਦੀ ਫਿਰੇ ਪਹਿਲਾਂ ਸਭ ਕੁਛ ਇਹ ਆ ਗਿਆ। ਅਤੇ ਫਿਰ ਇੱਕ ਪੌੜੀ ਲੈ ਲਈ, ਜਿਹੜੀਆਂ ਘਰ ਦੀਆਂ ਇੱਟਾਂ ਸੀਗੀਆਂ ਨਾ, ਇਕੱਲੀ ਇਕੱਲੀ ਇੱਟ ਨੂੰ ਉਂਗਲੀ ਲਾਉਣ ਲੱਗ ਪਈ ਹੈਂ। ਫਿਰ ਥੱਕ ਗਈ, ਭੁੱਖ ਲੱਗ ਗਈ, ਪਾਣੀ ਕਹਿੰਦੀ ਵੀ ਹੁਣ ਮੈਂ ਰੋਟੀ ਖਾ ਕੇ ਫੇਰ ਲੱਗਦੀ ਹਾਂ। ਅਤੇ ਜਦੋਂ ਕਹਿੰਦੇ ਨਿਆਣੇ ਰੋਟੀ ਲਿਆਓ, ਰੋਟੀ ਲਿਆਂਦੀ ਤਾਂ ਉਹ ਰੋਟੀ ਨੂੰ ਉਂਗਲੀ ਲਾਈ ਤਾਂ ਉਹ ਸੋਨੇ ਦੀ, ਪਾਣੀ ਪੀਣ ਲੱਗੀ ਤਾਂ ਉਹ ਸਾਰਾ ਸੋਨਾ ਬਣ ਗਿਆ। ਉਹ ਕਹਿੰਦੀ ਮੈਂ ਕੀ ਕਰ ਬੈਠੂ, ਉਹਨੂੰ ਸਮਝੇ ਨਾ ਆਵੇ ਮੈਂ ਕੀ ਹੋ ਗਿਆ ਹੈ। ਫਿਰ ਉਹਦੇ ਦਿਮਾਗ 'ਚ ਆਈ ਆ ਵੀ ਮੈਂ ਬਹੁਤ ਗਲਤ ਮੰਗ ਲਿਆ। ਜਿਹੜੀ ਮੇਰੀ ਭੈਣ ਸੀ ਨਾਲ ਉਹਨੇ ਬੜੀ ਸਹੀ ਮੰਗਿਆ। ਫਿਰ ਉੱਥੇ ਪ੍ਰਮਾਤਮਾ ਦੇ ਕਹਿੰਦੀ ਪਛਤਾਚਾਪ, ਫਿਰ ਤਾਂ ਕਹਿੰਦੇ ਹੁੰਦੇ ਆ ਆਪ ਪਛਤਾਏ ਕਿਆ ਹੋ ਦਿਆ ਚਿੜੀਆ ਚੁਗ ਖੇਤ। ਅਤੇ ਸੋ ਮਤਲਬ ਨਾ ਜਿਹੜਾ ਸਵਰਗ ਆ ਸਾਡਾ, ਜਿਹੜਾ ਸੁੱਖ ਆ ਅਸੀਂ ਸੁੱਖ ਨੂੰ ਉਹਨੂੰ ਸਵਰਗ ਕਹਿੰਦੇ ਹਾਂ। ਅਤੇ ਨਰਕ ਹੈਗਾ ਵੀ ਜੇ ਹੁਣ ਤੁਹਾਨੂੰ ਕਰਦੇ ਇੱਕ ਬੰਦਾ ਉਹ ਗੁਰਦੁਆਰੇ ਜਾਂਦਾ ਸੀ ਰੋਜ਼ ਹੀ, ਤਾਂ ਨਾ ਹੋ ਗਈ ਮੇਰੀ ਜਾਂ ਉਹਨੇ ਜਾਣਾ ਵੀ ਗੁਰਦੁਆਰੇ, ਤਾਂ ਆਪਣੇ ਮਨ 'ਚ ਗੁੱਸਾ ਗਿਲਾ ਰੱਬ ਨਾ ਕਰਦਾ। ਕਹਿੰਦਾ ਰੱਬਾ ਮੈਨੂੰ ਇੱਕ ਦੱਸ, ਮੈਂ ਗੁਰਦੁਆਰੇ ਵੀ ਜਾਂਦਾ, ਮੈਂ ਪਾਠ ਵੀ ਕਰਾਉਣਾ, ਮੈਂ ਕਦੇ ਕਦੇ ਲੰਗਰ ਵੀ ਲਵਾਉਣਾ, ਮੈਂ ਰਾਜਦਾ, ਫਿਰ ਵੀ ਮੇਰੇ ਘਰ ਸਰੱਗੀ ਨਹੀਂ। ਲੋਕਾਂ ਨੇ ਪਲਾਟ ਲੈ ਲਏ ਆ ਲੁਧਿਆਣੇ ਦਿੱਲੀ, ਮੇਰੇ ਕੋਲ ਉਹ ਵੀ ਹੈ ਨਹੀਂ। ਇੱਥੇ ਕਈਆਂ ਦੇ ਘਰ ਆ, ਇੱਦਾਂ ਕਰਦਾ ਤੁਰਿਆ ਗਿਲੇ ਗੁੱਸੇ ਗੁਰਦੁਆਰੇ ਨੂੰ। ਜਾਂ ਗੁਰਦੁਆਰੇ ਦੇ ਗੇਟ ਕੋਲ ਗਿਆ ਤਾਂ ਇੱਕ ਬੰਦਾ ਪਿੱਛੋਂ, ਉਹਦੀਆਂ ਲੱਤਾਂ ਹੈ ਨਹੀਂ, ਉਹ ਪੀੜ੍ਹੀ ਦੇ ਵਿੱਚ ਇੱਦਾਂ ਹੱਥਾਂ ਦੇ ਨਾਲ ਕਰਕੇ ਰੁੜ ਕੇ ਤੁਰਿਆ। ਉਹ ਉਹਨੂੰ ਲੰਘ ਗਿਆ, ਉਹ ਵੀ ਗੁਰਦੁਆਰੇ ਨੂੰ ਮੁੜ ਗਿਆ। ਉਹ ਕਹਿੰਦਾ ਇਹ ਕੀ ਕਰਨ ਗਿਆ ਹੋਊਗਾ। ਕਹਿੰਦਾ ਗੱਲ ਸੁਣ ਬਈ, ਗੱਲ ਸੁਣ ਕਿੱਥੇ ਨੂੰ ਚੱਲਿਆ। ਕਹਿੰਦਾ ਤੂੰ ਕੀ ਕਰਨ ਚੱਲਿਆ। ਕਹਿੰਦਾ ਮੈਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਚੱਲਿਆ, ਮੇਰਾ ਐਕਸੀਡੈਂਟ ਹੋ ਗਿਆ ਸੀ, ਲੱਤਾਂ ਤਾਂ ਮੇਰੀਆਂ ਵੱਢਤੀਆਂ ਪਰ ਮੇਰੀ ਜ਼ਿੰਦਗੀ ਬਚ ਗਈ, ਮੈਂ ਤਾਂ ਸੱਚੇ ਪਾਤਸ਼ਾਹ ਦਾ। ਉਹ ਕਹਿੰਦਾ ਉਹ ਪਰਮਾਤਮਾ ਹੁਣ ਆਪਣੇ ਹੱਥ ਇੱਦਾਂ ਮਾਰੇ ਅੰਗਾਂ 'ਤੇ ਸਾਰਿਆਂ 'ਤੇ, ਕਹਿੰਦਾ ਮੇਰੇ ਕੋਲ ਤਾਂ ਸਭ ਕੁਛ ਹੀ ਆ ਹੈ। ਉਹ ਜਿਹੜੀ ਅਕਲ ਆ ਗਈ ਉਹਨੂੰ, ਕਹਿੰਦਾ ਵੀ ਹੇ ਦਾਤਿਆ ਮੈਨੂੰ ਬਖਸ਼ ਲਈ, ਤੈਂ ਤਾਂ ਬਹੁਤ ਕੁਛ ਮੈਨੂੰ ਦਿੱਤਾ ਆ, ਮੇਰੇ ਕੋਲ ਤਾਂ ਇੰਨਾ ਹੈ। ਜੇ ਇਹ ਬੰਦਾ ਇੰਨੇ 'ਚ ਖੁਸ਼ ਹੋਆ ਤਾਂ ਫਿਰ ਮੈਂ ਤਾਂ ਕੁਛ ਵੀ ਨਹੀਂ। ਸੋ ਮਤਲਬ ਤੁਸੀਂ ਆਪਣੀਆਂ ਖਾਹਿਸ਼ਾਂ ਨੂੰ ਘੱਟ ਕਰੋ। ਮਹਾਤਮਾ ਬੁੱਧ ਨੇ ਵੀ ਕਿਹਾ ਜਿਹੜੀਆਂ ਤੁਹਾਡੀਆਂ ਖਾਹਿਸ਼ਾਂ ਆ ਇਹੀ ਤੁਹਾਨੂੰ ਤੰਗ ਕਰਦੀਆਂ ਅਤੇ ਇਹੀ ਲਾਲਚ ਵਧਾਉਂਦੀਆਂ। ਹੁਣ ਜਿਹੜਾ ਸਾਡੇ ਜਿਹੜੇ ਲੀਡਰ ਆ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਪਹਿਲਾਂ ਰਹੇ ਆ, ਇੰਨੀ ਦੌਲਤ ਇਕੱਠੀ ਕਰੀ ਉਹ ਕਿੱਥੇ ਲਿਜਾਣੀ ਹੈ। ਅਤੇ ਇਹੀ ਨਰਕ ਵਾ। ਅਤੇ ਇੱਥੇ ਤਾਂ ਤੁਸੀਂ ਜੇ ਕੋਈ ਕਹਿਣਾ ਤਾਂ ਕਹਿ ਸਕਦੇ ਹੋ। ਹਾਂ, ਤੁਸੀਂ ਬਹੁਤ ਕੁਛ ਕਹਿ ਦਿੱਤਾ ਸਵਰਗ ਨਰਕ ਦੇ ਬਾਰੇ। ਮੈਂ ਜ਼ਰੂਰ ਇਹ ਕਹੂੰਗਾ ਕਿ ਸਵਰਗ ਵੀ ਇੱਥੇ ਹੀ ਆ ਅਤੇ ਨਰਕ ਵੀ ਇੱਥੇ ਹੀ ਆ। ਜਿੱਥੇ ਤੁਸੀਂ ਅੱਜ ਕੱਲ੍ਹ ਵਿਸਰ ਰਹੇ ਆ ਨਾ, ਤੁਹਾਡੇ ਸਾਹਮਣੇ ਆ ਸਾਰਾ ਕੁਛ। ਇਹ ਨਾ ਕਿਤੇ ਕਿਸੇ ਨੇ ਪਿੱਛੇ ਦੇਖਿਆ ਵੀ ਕਿ ਨਰਕ ਕਿੱਥੇ ਆ, ਨਾ ਸਵਰਗ ਦੇਖਿਆ, ਨਾ ਅੱਗੇ ਦੀਦਾ ਕਿਸੇ ਨੂੰ। ਇਹ ਸਿਰਫ ਅਤੇ ਸਿਰਫ ਜਿਹੜੇ ਧਰਮ ਦੇ ਠੇਕੇਦਾਰਾਂ ਨੇ, ਸ਼ੈਤਾਨ ਦਿਮਾਗਾਂ ਨੇ ਇਹ ਜਿਹੜੀਆਂ ਗੱਲਾਂ, ਸਾਨੂੰ ਤਾਂ ਪੜ੍ਹਨ ਦਾ ਹੁਕਮ ਹੀ ਨਹੀਂ ਸੀਗਾ ਨਾ, ਕੁਝ ਦੇਖਣ ਚੱਕਣ ਦਾ ਨਹੀਂ ਹੁਕਮ। ਉਦੋਂ ਦੀਆਂ ਗੱਲਾਂ ਸਾਡੇ ਐਸੇ ਦਿਮਾਗਾਂ 'ਚ ਪਾਈਆਂ, ਇਹੀ ਕਹੀ ਜਾਂਦੇ ਆ ਕਿ 33-32 ਕਰੋੜ ਖਰੇ ਦੇਵੀ ਦੇਵਤਾ ਆ, ਅੱਧੇ ਉਹ ਹੀ ਨਹੀਂ ਮੁੱਕਦੇ। ਸਾਡੇ ਜਿਹੜੇ ਗਲ ਆਬਾਦੀ ਥੋੜ੍ਹੀ ਆ, ਇਹ ਜ਼ਿਆਦੇ ਆ, ਉਹ ਸਾਡੇ ਮਗਰ ਲਾਏ ਆ ਵੀ ਇਹਨਾਂ ਨੂੰ ਲੁੱਟੋ ਖਾਓ ਕਿੱਦਾਂ ਕਰਨੀ, ਇਹਨਾਂ ਨੂੰ ਦਿਮਾਗ ਹੀ ਨਾ ਕਿਸੇ ਪਾਸੇ ਚੱਲਣ ਦਿਓ। ਸੋ ਮੈਂ ਇੱਕ ਬੇਨਤੀ ਕਰਦਾ ਆਪਣੇ ਜਾਗਰਤੀ ਪ੍ਰੋਗਰਾਮ ਦੇ ਥਰੂ ਸਾਰੇ ਭੈਣਾਂ ਵੀਰਾਂ ਭਰਾਵਾਂ ਨੂੰ, ਜਿੰਨਾ ਚਿਰ ਤੁਸੀਂ ਆਪਣੀ ਜਿਹੜੀ ਹੈਗੀ ਆਰਥਿਕ ਸਿਚੁਏਸ਼ਨ ਜਿਹੜੀ ਆ ਉਹਨੂੰ ਚੰਗੀ ਤਰ੍ਹਾਂ ਸੁਧਾਰਦੇ ਨਹੀਂ, ਉਹਨਾਂ ਚਿਰ ਜਿਹੜੇ ਮਸਲੇ ਆ ਨਰਕ ਸਵਰਗ ਦੇ ਇਹ ਸਾਡੇ ਸਾਹਮਣੇ ਆਉਂਦੇ ਰਹਿਣੇ ਆ। ਜੇ ਸਾਡੇ ਕੋਲ ਕੋਈ ਪੈਸਾ ਕੋਈ ਹੈ ਨਹੀਂ, ਰੋਟੀ ਖਾਣ ਨੂੰ ਜਗ੍ਹਾ ਤਾਂ ਨਰਕ ਵਾ, ਉਹ ਸਵਰਗ ਨਹੀਂ ਹੋ ਸਕਦਾ। ਜਿਹੜਾ ਬੰਦਾ ਰੋਟੀ ਕਮਾ ਕੇ ਖਾਂਦਾ, ਪੰਜਾਂ ਨੌਹਾਂ ਦੀ ਹੱਥਾਂ
ਦੀ ਕਰਕੇ ਆਪਣੇ ਹੱਥਾਂ ਪੈਰਾਂ ਦੀ ਮਜ਼ਦੂਰੀ ਕਰਕੇ ਜਾਂ ਸਾਰਾ ਕੁ ਕੰਮਕਾਰ ਕਰਕੇ ਕਮਾ ਕੇ ਖਾਂਦਾ, ਆਪ ਸੁਖੀ ਆ, ਲੋਕਾਂ ਨੂੰ ਗੁਆਂਢੀ ਸੁਖੀ ਆ, ਹੋਰ ਵੀ ਕਿਸੇ ਨੂੰ ਸੁਖੀ ਰੱਖਦਾ। ਕਈ ਸਾਡੇ ਭਰਾ ਪੀਰ ਉੱਤ ਕਹਿੰਦੇ ਵੀ ਵਾਹਿਗੁਰੂ ਦਊਗਾ, ਵਾਹਿਗੁਰੂ ਕਿੱਥੋਂ ਦਊਗਾ? ਵਾਹਿਗੁਰੂ ਹੈਲਪ ਤੁਹਾਡੀ ਉਹਨੇ ਕਰਨੀ ਆ, ਉਹ ਕਹਿੰਦਾ ਤੁਹਾਨੂੰ ਵਾਹਿਗੁਰੂ ਤੁਹਾਨੂੰ ਸਭ ਕੁਝ ਦਿੱਤਾ ਉਹਨੇ ਕਿ ਰੱਬ ਹੈਲਪ ਦੋਜ਼, ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਫ। ਉਹ ਰੱਬ ਨੇ ਤੁਹਾਨੂੰ ਕੀ ਨਹੀਂ ਦਿੱਤਾ? ਆਪਣਾ ਬੋਡੀ ਦੇਖੋ, ਸਾਰਾ ਕੁਝ ਦੇਖੋ, ਸਾਰੇ ਵਿੱਚ A to Z ਉਹਨੇ ਬੋਡੀ ਤਿਆਰ ਕਰਕੇ ਤੁਹਾਨੂੰ ਇਸ ਕਾਇਨਾਤ 'ਤੇ ਭੇਜ ਦਿੱਤਾ ਵੀ ਜਾਓ ਹੁਣ ਤੁਸੀਂ ਆਪਣਾ ਕੰਮ ਕਰੋ, ਠੀਕ ਠਾਕ ਰਹੋਗੇ, ਖੁਸ਼ੀ ਰਹੋਗੇ। ਜੇ ਤੁਸੀਂ ਕਿਤੇ ਦੇ ਕੰਡੇ ਬੀਜੋਗੇ ਤਾਂ ਤੁਹਾਨੂੰ ਕੰਡੇ ਮਿਲਣੇ ਆ, ਜੇ ਫੁੱਲ ਬੀਜੋਗੇ ਤਾਂ ਫੁੱਲ ਮਿਲਣੇ ਆ। ਜੇ ਮਾੜੇ ਕਰਮ ਕਰੋਗੇ, ਸ਼ਰਾਬਾਂ ਨਸ਼ੇ ਪੀ ਕੇ ਗੈਰ ਖੂਹ, ਤਾਂ ਉਹ ਵੀ ਤੁਹਾਨੂੰ ਮਾੜੇ। ਹਾਂ ਜੀ, ਅਸੀਂ ਨਰਕ ਚੋਂ ਆਏ ਹਾਂ, ਇੰਡੀਆ ਤੋਂ। ਅਸੀਂ ਕਹਿੰਦੇ ਇੱਥੇ ਤਾਂ ਸਵਰਗ ਆ। ਬਿਲਕੁਲ ਬਿਲਕੁਲ ਸਹੀ ਹੈ ਤੁਹਾਡੀ ਗੱਲ ਆ। ਅਸੀਂ ਸਵਰਗ 'ਚ, ਇਹਨੂੰ ਸਵਰਗ ਕਹਿੰਦੇ ਆ। ਹੋਰ ਤੁਸੀਂ ਇੱਦਾਂ ਨਾ ਸਮਝੋ ਆ ਜਿਹੜੇ ਸਾਡੇ ਪ੍ਰੀਚਰ ਆ ਜਾਂ ਹੋਰ ਜਿਹੜਾ ਮੁਸਲਿਮ ਧਰਮ ਆ ਉਹ ਵੀ ਬਿਲੀਵ ਕਰਦਾ ਨਰਕ ਸਵਰਗ ਤੇ ਇਹਦੇ ਵਿੱਚ ਕ੍ਰਿਸਚਨ ਵੀ ਕਰਦੇ ਆ। ਦੇ ਕੰਨਾਂ 'ਚ ਪਾਇਆ ਹੀ ਆ ਸਾਨੂੰ ਕੋਈ ਵੀ। ਤਾਂ ਹੀ ਇਹਨਾਂ ਨੇ ਕਿਹਾ ਹਮਾਰਾ ਜਗਰਾ ਨਾ ਕਹੂ ਮੁੱਲਾ ਕਾਜੀ ਛਾੜੇ ਦੋਏ। ਤੇ ਕਬੀਰ ਸਾਹਿਬ ਨੇ ਇਸੇ ਕਰਕੇ ਕਿਹਾ ਸੀ। ਸੋ ਅਸੀਂ ਇੱਥੇ ਸਵਰਗ 'ਚ ਆਏ ਹਾਂ, ਨਰਕ ਅਸੀਂ ਭੋਗ ਚੁੱਕੇ, ਸਾਨੂੰ ਪਤਾ ਆ, ਅਸੀਂ ਗਰੀਬੀ ਦੇਖੀ ਆ। ਨਰਕ ਉਹਦਾ ਨਾਂ ਆ। ਇੱਕ ਰਾਜਾ ਸੀ ਜੀ, ਉਹ ਕਿੰਗ ਤੁਰਿਆ ਜਾਵੇ ਤਾਂ ਦੂਏ ਦਿਨ ਉਹਨੂੰ ਕਿਰਬ ਚੜ੍ਹਾਈ ਕਰਨੀ ਆ, ਉਹਨੂੰ ਰਾਤ ਨੂੰ ਨੀਂਦ ਨਾ ਆਵੇ ਵੀ ਜੇ ਮੈਂ ਮਰ ਗਿਆ ਤਾਂ ਮੈਂ ਨਰਕ ਨੂੰ ਜਾਊਂਗਾ, ਸਵਰਗ ਨੂੰ ਜਾਊਂਗਾ, ਇਹੀ ਸੋਚੀ ਜਾਵੇ। ਅਤੇ ਸਵੇਰ ਨੂੰ ਖੈਰ ਉੱਠ ਕੇ ਤੁਰ ਪਿਆ, ਨਾਲ ਮਗਰ ਉਹਦੇ ਫੌਜਾਂ ਬਹੁਤ। ਅਤੇ ਪਰ ਉਹ ਮਨ ਨੂੰ ਚੈਨ ਨਾ ਆਵੇ ਵੀ ਮੈਂ ਨਰਕ ਨੂੰ ਜਾਊਂਗਾ ਜਾਂ ਸਵਰਗ ਨੂੰ ਜਿਵੇਂ ਮਰ ਗਿਆ। ਅਤੇ ਇੱਕ ਸੰਤ ਸਾਧੂ ਬੜਾ ਸਿਆਣਾ ਤੁਰਿਆ ਜਾਵੇ, ਕਹਿੰਦਾ ਇਹਨੂੰ ਪਤਾ ਹੋਣਾ, ਇਹਨੂੰ ਪੁੱਛਦਾ। ਕਹਿੰਦਾ ਗੱਲ ਸੁਣ ਬਈ, ਉਰੇ ਆ ਇੱਧਰ। ਉਹ ਖੜ੍ਹ ਗਿਆ, ਕਹਿੰਦਾ ਬਈ ਤੂੰ ਕੌਣ ਵਾ? ਕਹਿੰਦਾ ਮੈਂ ਜੋ ਮਰਜ਼ੀ ਆ, ਮੈਂ ਇਨਸਾਨ ਹਾਂ, ਰੱਬ ਦਾ ਬੰਦਾ ਹੈ। ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ ਵਾ? ਗੁੱਸੇ 'ਚ ਆ ਗਿਆ ਉਹ ਸਾਧੂ। ਕਹਿੰਦਾ ਵੀ ਤੂੰ ਕੀ ਪੁੱਛਣਾ ਕੀ ਚਾਹੁੰਦਾ? ਕਹਿੰਦਾ ਮੈਂ ਪੁੱਛਣਾ ਚਾਹੁੰਦਾ ਨਰਕ ਸਵਰਗ ਦੇ ਬਾਰੇ ਤੈਨੂੰ ਪੁੱਛਣਾ ਸੀ, ਹੋਰ ਮੈਂ ਤੇਰੀ ਬਾਲੀਆਂ ਲਾਣੀਆਂ ਹੈਂ? ਕਹਿੰਦਾ ਜੇ ਮੈਂ ਨਾਂ ਦੱਸਾਂ ਫਿਰ? ਕਹਿੰਦਾ ਤੈਨੂੰ ਪਤਾ ਨਹੀਂ ਜਿਹੜੀ ਫੌਜਾਂ ਹੈ ਮਗਰ ਮੈਂ ਤੇਰਾ ਕੀ ਹਾਲ ਕਰੂੰਗਾ? ਕਹਿੰਦਾ ਠਹਿਰ, ਹਾਰ ਨਰਕ ਆ। ਅੱਜ ਤੈਨੂੰ ਨਾ ਗੁੱਸਾ ਆਇਆ, ਆਪਣੇ ਤੋਂ ਗੁੱਸੇ 'ਚ ਬਾਹਰ ਹੋਇਆ, ਤੈਨੂੰ ਚੈਨ ਨਹੀਂ, ਇਹੀ ਨਰਕ ਆ। ਉਹ ਕਹਿੰਦਾ ਅੱਛਾ। ਉਹਦੇ ਪੈਰੀ ਜਿਹਾ ਪਾਲਿਆ, ਕਹਿੰਦਾ ਆਹ ਸਵਰਗ ਵਾ। ਉਹਨੇ ਜਾਣੀ ਕਿੰਨਾ ਉਹਨੂੰ ਪਿਆਰ ਨਾਲ ਸਮਝਾਇਆ, ਜਿਹੜਾ ਸਾਡਾ ਗੁੱਸਾ ਆ ਅਸੀਂ ਇਹੀ ਸਾਨੂੰ ਨਰਕ ਦੇ ਵੱਲ ਲੈ ਜਾਂਦਾ। ਜੇ ਅਸੀਂ ਕਿਸੇ ਦਾ ਭਲਾ ਕਰਦੇ ਹਾਂ, ਕਰ ਭਲਾ ਹੋ ਭਲਾ, ਅਤੇ ਉਹ ਸਵਰਗ 'ਚ ਬਦਲ ਜਾਂਦਾ। ਅਤੇ ਦੇਖੋ ਬੱਗਾ ਸਾਹਿਬ, ਜਿਹੜਾ ਇਹ ਧਰਮਰਾਜ ਦੀ ਤੁਸੀਂ ਗੱਲ ਕੀਤੀ ਹੈ ਨਾ, ਵੀ ਧਰਮਰਾਜ ਨੇ ਤੁਹਾਨੂੰ ਲੇਖਾ ਦੇਣਾ, ਤੁਹਾਡੇ ਕੋਲ ਲੈਣਾ ਆ, ਉਹ ਕਿੱਥੇ ਆ? ਕਿਸੇ ਹੋਰ ਦੁਨੀਆ 'ਚ ਕਿਸੇ ਵੱਸਦਾ ਹੋ? ਇਸ ਦੁਨੀਆ ਦੇ ਵਿੱਚ ਤਾਂ ਬੰਦੇ ਨੂੰ ਬੰਦਾ ਮਾਰ ਕੇ ਫਸ ਜਾਂਦਾ, ਬੰਦਾ ਹੀ ਉਹਨਾਂ ਦੇ ਗਾਂਹ ਉਹਨਾਂ ਦੇ ਫੈਸਲੇ ਕਰਦਾ ਆ ਵੀ ਕੀ ਹੋਣਾ ਆ। ਇਹ ਧਰਮਰਾਜ ਜਿਹੜਾ ਹੈਗਾ, ਇਹਦੇ ਤਾਂ ਆਪਣੇ ਰੱਖੇ ਆ ਚੜੇਲਾਂ ਚੂੜ, ਜਿਹੜੇ ਸਾਰੇ ਕੁਛ ਹੈਗੇ ਨਾ ਉਰਾ ਪਰਾ ਜਿਹਾ, ਪਹਿਲਾਂ ਉਹ ਡਰਾਉਂਦੇ ਆਣ ਕੇ ਐਵੇਂ ਨਾ ਹੈ ਹੀ ਨਹੀਂ, ਇਹ ਤਾਂ ਨਹੀਂ ਬਣਾਇਆ, ਇਹ ਪਖੰਡ ਬਣਾਏ ਆ ਸਾਰੇ। ਇਹ ਜਿਹੜੇ ਬ੍ਰਾਹਮਣਾਂ ਨੇ ਨਾ, ਨਹੀਂ ਆਹ ਇੱਦਾਂ ਦੇ ਲੋਕਾਂ ਨੂੰ ਲੁੱਟਣ ਦੇ ਲਈ ਆਪਣੀਆਂ ਬਿਲਕੁਲ ਸਹੀ ਚੀਜ਼ ਆ, ਤੋਰਾ ਤੋਰਨ ਦੇ ਲਈ, ਇਹ ਸਾਰਾ ਹੈ ਕੁਛ ਨਹੀਂ, ਨਥਿੰਗ ਇਜ਼ ਦੇਅਰ। ਇੱਥੇ ਸਵਰਗ ਵਾ, ਇੱਥੇ ਨਰਕ ਵਾ। ਇੱਥੇ ਹੀ ਆ। ਜਦੋਂ ਤੁਸੀਂ ਬੰਦੇ ਨੂੰ ਬੰਦਾ ਮਾਰ ਕੇ ਫਸ ਜਾਂਦਾ, ਉਹਦੇ ਲਈ ਨਰਕ ਪੈਦਾ ਹੋ ਜਾਂਦਾ, ਪਿੱਛੇ ਪਰਿਵਾਰ ਲਈ ਨਰਕ ਆ ਜਾਂਦਾ। ਹਾਂ ਬਿਲਕੁਲ, ਨਰਕ ਹੀ ਆ ਫਿਰ, ਸਾਰਾ ਨਰਕ ਹੀ ਨਰਕ ਹੋ ਗਿਆ। ਨਰਕ ਹੀ ਨਰਕ ਆ। ਗਾਂ ਉਹਨੂੰ ਕੋਈ ਬਹੁਤ ਜਿਹੜੇ ਉਹਦੇ ਮਾਰਦੇ ਆ, ਜਿਹਨਾਂ ਨੂੰ ਉਹਨਾਂ ਨੂੰ ਜਿਹੜੇ ਮਾਰਦੇ ਆ ਉਹਨਾਂ ਨੂੰ ਸਜ਼ਾ ਹੋ ਜਾਂਦੀ, ਉਹ ਪਰਿਵਾਰ ਗਏ, ਉਹਨਾਂ ਲਈ ਨਰਕ ਪੈਦਾ ਹੋ ਗਿਆ। ਸੋ ਇੱਥੇ ਹੀ ਨਰਕ ਹੈ ਸਾਰਾ ਕੁਛ। ਧਰਮਰਾਜ ਕਿਤੇ ਨਹੀਂ ਜੀ। ਇੱਥੇ ਅੱਛੇ ਕੰਮ ਕਰੋ, ਬੱਚਿਆਂ ਨੂੰ ਪੜ੍ਹਾ ਕੇ ਜਿਹੜੀ ਤੁਹਾਡੀ ਆਰਥਿਕ ਸੋਸ਼ਲ ਲਾਈਫ ਆ, ਆਰਥਿਕ ਲਾਈਫ ਜਿਹੜੀ ਆ, ਉਹਦੇ ਚੰਗੀ ਤਰ੍ਹਾਂ ਕਾਮਯਾਬ ਕਰੋ। ਤੁਹਾਡਾ ਸਵਰਗ ਆ ਤੁਹਾਨੂੰ ਇੱਥੇ ਆ। ਦੇਖੋ ਅਸੀਂ ਕਿੱਦਾਂ ਆਏ ਆ ਉੱਥੋਂ, ਇੰਡੀਆ ਦੇ ਵਿੱਚੋਂ 2.1 ਪਾਉਂਡ ਲੈ ਕੇ ਇੱਧਰ ਆਏ, ਔਖੇ ਸਕਾਲੇ ਹੋ ਕੇ। ਜਿਹੜਾ ਕੰਮ ਕੋਈ ਕਰਦਾ ਨਹੀਂ ਸੀ ਹੁੰਦਾ ਗੋਰੇ, ਸਾਨੂੰ ਉਹਨੇ ਉੱਥੇ ਲਾ ਦੇਣਾ। ਇੱਥੋਂ ਤੱਕ ਵੀ ਦੇਖੇ ਵੀ ਟੋਲਟਾ ਸਾਹਿਬ ਜਿਹੜੇ ਕਰਦੇ ਬੰਦੇ ਆਪਣੇ ਦੇਖੇ, ਕੋਈ ਸੁਆਹ ਚੱਕਦੇ, ਕੋਈ ਭਰਾ, ਉਹ ਕੰਮ ਕਰਕੇ ਐਸੇ ਸੂਟ ਪਾਏ ਆ, ਪਿੱਛੇ ਸਾਏ ਆ, ਪ੍ਰਾਪਰਟੀਆਂ ਬਣਾਈਆਂ। ਹੁਣ ਜੋ ਖੁਸ਼ੀ ਦੀ ਗੱਲ ਜਿਹੜੀ ਇਹ ਹੈ, ਸਾਡੇ ਲਈ ਸਵਰਗ ਬਣਿਆ ਕਿ ਪੈਨਸ਼ਨਾਂ ਸਾਨੂੰ ਲੱਗ ਗਈਆਂ। ਪੈਨਸ਼ਨਾਂ ਹੁਣ ਮਜ਼ੇ ਲੈਂਦੇ ਆ, ਸਵਰਗ ਹੀ ਆਏ। ਜੇ ਉੱਥੇ ਰਹਿੰਦੇ ਤਾਂ ਸਾਨੂੰ ਉਹਨਾਂ ਨੇ ਕਿਸੇ ਨੌਕਰੀ ਨਹੀਂ ਸੀ ਮਿਲਣੀ, ਨਾ ਜੇ ਕੋਈ ਬੁਰਾ ਹਾਲ ਆ ਉੱਥੇ ਤਾਂ ਦੇਖ ਲਓ ਐਂਬੂਲੈਂਸਾਂ ਨਹੀਂ ਮਰੇ ਨੂੰ ਨਹੀਂ ਮਿਲਦੀਆਂ। ਬਿਲਕੁਲ ਹੈ ਜੀ, ਉਹ ਨਰਕ ਆ, ਉਹ ਨਰਕ ਆ, ਬਿਲਕੁਲ ਨਰਕ ਆ। ਨਰਕ ਹਨੇਰੇ ਦਾ ਨਾਂ ਨਰਕ ਆ। ਬਿਲਕੁਲ ਜਿਹੜੀ ਐਜੂਕੇਸ਼ਨ ਆ, ਪੜ੍ਹਾਈ ਆ, ਇਹ ਦੀਵਾ ਆ, ਇਹ ਆਪਣੇ ਬਲਬ ਆ, ਇਹ ਦੂਰ ਕਰਦੀ ਆ। ਸੋ ਪੜ੍ਹਾਈ ਕਰੋਗੇ ਤਾਂ ਨਰਕ ਨੇ ਨੱਠ ਜਾਣਾ।
ਸੋ ਪੜ੍ਹਾਈ ਬੱਚੀਆਂ ਨੂੰ ਜ਼ਰੂਰ ਕਰਾਉਣੀ ਆ ਪੜ੍ਹਾਈ ਮੈਕਸੀਮਮ ਜਿੰਨੀ ਵੀ ਹੋ ਸਕੇ। ਫੇਰ ਆ ਸਾਡੇ ਨਰਕ ਤਾਂ ਅਸੀਂ ਸਾਡੇ ਨਾਮ ਵੀ ਇਹਦਾ ਛੱਡ ਹੋ ਜਾਣਾ। ਪਿਆਰਾ ਸਿੰਘ ਕਲਾਮ ਆ ਜੀ, ਕਲਾਮ ਪਿੰਡ ਹੈ ਕਿ ਨਵੇਂ ਸ਼ਹਿਰ ਕੋਲ, ਬੜਾ ਤਕੜਾ ਪੋਇਟ ਹੋਇਆ। ਉਹਨੇ ਇਹਦਾ ਕਹਿੰਦਾ ਅਗਲੇ ਪਿਛਲੇ ਜਨਮਾਂ ਦੀ ਦੁਹਾਈ ਪੈਂਦੀ, ਸਭ ਦਿਲਾਂ 'ਚ ਪਾਏ ਭੁਲੇਖੇ ਨੇ, ਹਿਸਾਬ ਕਿਤਾਬ ਇੱਥੇ ਦਾ ਇੱਥੇ ਹੁੰਦਾ, ਅੱਗੇ ਕਿਸੇ ਨਾ ਮੰਗਣੇ ਲੇਖੇ ਨੇ, ਸਵਰਗ ਨਰਕ ਮਿਲਦਾ ਇਸ ਦੁਨੀਆ ਵਿੱਚ, ਅੱਲਾ ਈਸ਼ਵਰ ਕਿਸੇ ਨੇ ਦੇਖੇ ਨਾ, ਸਵਰਗਵਾਸੀ ਦਾ ਕੋਈ ਖਤ ਨਾ ਆਇਆ, ਅਸੀਂ ਤਾਂ ਮੱਥੇ ਵੀ ਬਥੇਰੇ ਟੇਕੇ ਨੇ। ਸੋ ਇਹ ਸਵਰਗ ਨਰਕ ਇੱਥੇ ਹੀ ਆ, ਅਤੇ ਸਾਡੇ ਹੱਥਾਂ 'ਚ ਆ। ਅਸੀਂ ਜੇ ਕੰਮ ਕਰਾਂਗੇ, ਮਿਹਨਤ ਕਰਾਂਗੇ, ਕਮਾਈ ਕਰਾਂਗੇ, ਬਾਕੀ ਹੋਰ ਆ ਮਿਹਨਤ ਕਰੋ, ਕੋਈ ਵੀ ਕੰਮ ਕੋਈ ਨਹੀਂ ਮਾੜਾ, ਇਹ 'ਚ ਬਰਕਤ ਬੜੀ ਆ। ਤੁਸੀਂ ਹੁਣ ਮੈਂ ਦੇਖਿਆ ਸੋਚ ਕੇ ਯਾਰ ਉਹ ਪੈਸਾ ਨਾ ਬਣਦਾ ਕੁਛ, ਉਹ ਬੰਦਾ ਟੁੱਟਿਆ ਹੀ ਰਹਿੰਦਾ, ਉਹ ਕਦੇ ਵੀ। ਆਹ ਜਿਹੜੀ ਤੁਸੀਂ ਕੰਮ ਜਦੋਂ ਕਰਦੇ ਉਹਦੇ ਵਿੱਚ ਪਤਾ ਨਹੀਂ ਕੀ ਰੱਬ ਨੇ ਭਰਿਆ ਉਹ 'ਚ ਹੈ ਜੀ, ਉਹਨਾਂ ਕੁਝ ਬਣਦਾ ਵੀ ਆ, ਜੁੜਦਾ ਵੀ ਆ, ਤੁਹਾਡੀ ਪਰਿਵਾਰ ਬੱਚੇ ਵੀ ਪੜ੍ਹਨ ਲੱਗ ਪੈਂਦੇ ਆ। ਸੋ ਕੰਮ ਕਰੋ, ਡਟ ਕੇ ਮਿਹਨਤ ਕਰੋ ਅਤੇ ਪੜ੍ਹਾਈ ਕਰਾਵੋ, ਤਾਂ ਫਿਰ ਇਹ ਸਾਰਾ ਨਰਕ ਸਵਰਗ ਦਾ ਐਵੇਂ ਇਹ ਚੱਕਰ ਹੀ ਆ। ਕਿਉਂ ਗੱਡੀ ਸਾਹਿਬ? ਬਿਲਕੁਲ ਜੀ, ਮੈਂ ਤਾਂ ਇਹੀ ਸਾਰੇ ਜਾਗਰਤੀ ਪ੍ਰੋਗਰਾਮ ਦੇ ਵਿੱਚ ਜਿਹੜੇ ਰੁਝੇ ਦੇਖਦੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਅੱਛੇ ਕੰਮ ਕਰੋ, ਪਰਿਵਾਰ ਨੂੰ ਪਾਲੋ, ਤੁਹਾਡੇ ਕੋਲ ਗੱਡੀਆਂ ਲਓ, ਘਰ ਤੁਹਾਡੇ ਕੋਲ ਹੋਵੇ, ਖਾਣਾ ਪੀਣਾ ਤੁਹਾਡਾ ਜਿਹੜਾ ਬੱਚਿਆਂ ਨੂੰ ਦਿਓ, ਐਜੂਕੇਸ਼ਨ ਪਾਓ ਤਾਂ ਕਿ ਬੱਚੇ ਪੜ੍ਹ ਕੇ ਤੁਹਾਡੇ ਅੱਗੇ ਹੋਰ ਲਾਈਫ ਗਾਂਹ ਨੂੰ ਲੈ ਜਾਣ। ਇਹੀ ਸਵਰਗ ਵਾ। ਜੇ ਤੁਸੀਂ ਹੌਸਲਾ ਹਾਰ ਕੇ ਬਹਿ ਗਏ, ਹਾਏ ਰੱਬਾ ਇਹ ਕਿੱਦਾਂ ਕਰੂਗੀ, ਕਿੱਦਾਂ ਹੋਊਗੀ, ਇਹ ਰੱਬ ਨੇ ਆਣ ਕੇ ਤੁਹਾਡੀ ਮਦਦ ਕਿੱਦਾਂ ਕਰੂਗੀ? ਤੁਸੀਂ ਚਾਹ ਪੀਣੀ ਹੈ ਅਤੇ ਤੁਹਾਡਾ ਚੱਕੋਗੇ ਤਾਂ ਫੇਰ ਹੀ ਪਿਓ। ਤੁਹਾਨੂੰ ਸਟੋਵ ਗਰਮ ਕਰਨਾ ਪੈਣਾ, ਉਹ 'ਚ ਚਾਹ ਪੱਤੀ ਪਾਣੀ ਪੈਣੀ ਆ, ਹਾਂ, ਤਾਂ ਹੀ ਤਾਂ ਹੁਣ ਤੁਹਾਡੇ ਦਿਨ ਜਾਊਗੀ। ਤਦੇ ਫਿਰ ਤੁਹਾਡਾ ਜਿਹੜਾ ਜੇ ਮਿਹਨਤ ਕਰੋਗੇ ਤਾਂ ਤੁਹਾਨੂੰ ਕਿਸੇ ਨੇ ਆਣ ਕੇ ਤੁਹਾਡੀ ਜਾਤ ਪਾਤ ਜਾਂ ਹੋਰ ਕੁਝ ਠਾਉਣੀ ਨਹੀਂ, ਮਿਟਾਉਣੀ ਨਹੀਂ। ਲੱਖਾਂ ਕਰੋੜਾਂ ਸੰਤ ਸਾਧੂ ਜਨ ਲੀਡਰ ਹੋਏ ਆ, ਜਾਤ ਪਾਤ ਮਿਟੀ ਹੈ? ਕਦੇ ਨਹੀਂ ਮਿਟਣੀ। ਜੇ ਹੈ ਇਹ ਤੁਸੀਂ ਆਪਣੇ ਆਪ ਜਿਹੜਾ ਹੈਗਾ ਆ ਹੌਸਲਾ, ਪੈਰਾਂ 'ਤੇ ਖੜ੍ਹੇ ਹੋ ਕੇ ਹੌਸਲਾ ਕਰਕੇ ਬੁਲੰਦ ਕਰ ਲਓ ਆਪਣੇ ਆਪ ਨੂੰ। ਮੇਰਾ ਖਿਆਲ ਗੱਡੂ ਸਾਹਿਬ ਮੈਂ ਦੇਖਦਾ ਹੁੰਦਾ ਉੱਥੇ, ਅੱਛਾ ਸੌਰੀ ਇੱਕ ਮਿੰਟ ਮੈਂ ਇੱਕ ਸੈਕਿੰਡ ਲੈਣ ਲੱਗਾ। ਤੇ ਦੇਖੋ ਮੇਰੇ ਕੋਲ ਡਾਕਟਰ ਇਕਬਾਲ ਸਾਹਿਬ, ਮੁਹੰਮਦ ਇਕਬਾਲ ਉਹਨਾਂ ਨੇ ਇੱਕ ਸ਼ੇਰ ਲਿਖਿਆ ਕਿ ਜਿੱਦਾਂ ਨਾ ਖੁਦ ਹੀ ਕੋ ਬੁਲੰਦ ਕਰ ਇਤਨਾ। ਦੇਖੋ ਕਿੰਨਾ ਉਹਨਾਂ ਨੇ ਜਾਨ ਪਾਈ ਆ। ਇੱਕ ਗਰੀਬ ਦੀ ਲੈ ਲਓ ਜਾਂ ਬੰਦੇ ਨੂੰ ਦੱਸਿਆ ਕਿ खुद ही को बुलंद कर इतना कि हर तकदीर से पहले खुदा बंदे से खुद पूछे कि बता तेरी रजा क्या। किड्डी बड़ी गल की दसो यही साढ़े गल पाए आ जी, विष्णु ब्रह्मा आ गए, वो आ गए, आ गए। वो कहना जन तुसी इन्ना पक्के हो जाओ, खड़े हो जाओ भी आ चीज़ असीं लैनी लैनी है, दृढ़ इरादा बना के सानूं मिल जूगी। वो तुहानूं रब ही पुछूगा कि भरावा दस छड्ड मेरा पिछा तू लै जो कुछ लेना। उत्तर ही कहता कि भगतां ने किया बस किया तो प्रेम दियाँ पा के डोरियां। गुरु रविदास जी कहते ने अपनी बाणी दे विच, जदों मैं तेरियां मिन्नतां करदा सी तां तू मेरे को आया नहीं, मिन्नतां नहीं सुनिया, हुण तेरियां तू मेरे बस आ गया, तां हुण छुटकारा लैके छड्ड के दगाल मैनूं नट के कित्थे जावेंगा। हुण जो कर कहना मैं कर वो कर तूं। सो ये जिहड़ियां चीज़ां इत्थों तक तुसीं इदां काम करो, तकड़े होवो, पढ़ावो, अपनी माली हालत ठीक करके ਪਰਿਵਾਰ ਦੇ ਲੋਕਾਂ ਨੂੰ ਵੀ ਹੈਲਪ ਕਰੋ। ਇਸ ਤਰ੍ਹਾਂ ਹੀ ਹੋਣਾ ਹੈ ਕਿ ਮੈਨੂੰ ਥੋੜ੍ਹਾ ਜਿਹਾ ਇਸ ਕਾਫੀ ਤੋਂ ਜ਼ਿਆਦਾ ਪਬਲਿਕ ਦੇ ਵਿੱਚੋਂ ਨੌਲੇਜ ਮਿਲਿਆ। ਬਹੁਤ ਜਿਹੜੇ ਆਪਣੇ ਵੀ ਬੰਦੇ ਆ ਪਹਿਲਾਂ ਆਏ, ਕੁਝ ਹੁਣ ਵੀ ਜਿਹੜੇ ਹੈਗੇ ਆ ਉਹ ਕੁਝ ਨਸ਼ਿਆਂ ਦੇ ਵਿੱਚ ਲੱਗ ਕੇ ਇੰਨੇ ਉਹ ਕਾਮਯਾਬ ਨਹੀਂ ਹੋ ਸਕੇ ਜਿਹੜਾ ਕਿ ਹੋਣਾ ਚਾਹੀਦਾ ਸੀ। ਮੈਨੂੰ ਆਪਣੇ ਤੇ ਮਾਣ ਟਾਈਮ ਬਹੁਤ ਥੋੜ੍ਹਾ ਰਹਿ ਗਿਆ। ਹੁਣ ਤੁਸੀਂ ਸੋ ਇੱਦਾਂ ਵੀ ਦਰਸ਼ਕੋ ਟਾਈਮ ਵੀ ਬਹੁਤ ਹੁਣ ਥੋੜ੍ਹਾ ਰਹਿ ਗਿਆ, ਅਤੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ, ਹਨੇਰੇ ਦਾ ਨਾਂ ਨਰਕ ਆ, ਬਿਲਕੁਲ ਅੰਧੇਰੇ ਦਾ ਨਾਂ। ਸੋ ਅਸੀਂ ਚਲੋ ਸਾਡੇ ਕੋਲ ਪ੍ਰੋਪਰਟੀ ਨਹੀਂ, ਅਸੀਂ ਐਜੂਕੇਸ਼ਨ ਤਾਂ ਲੈ ਸਕਦੇ ਨਾ, ਐਜੂਕੇਸ਼ਨ ਜ਼ਰੂਰ ਦੇਣੀ ਆਪਣੇ ਬੱਚਿਆਂ ਨੂੰ। ਫਿਰ ਕਈ ਕਹਿੰਦੇ ਜੀ ਦੇਖੋ ਗੁਰਬਾਣੀ ਨਹੀਂ ਮੰਨਦੀ ਨਰਕ ਸਵਰਗ ਨੂੰ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਕਿਆ ਨਰਕ ਕਿਆ ਸਵਰਗ ਦੁਆਰਾ ਸੰਤਨ ਦੋ ਰਾਹ ਦੇ। ਗੁਰਬਾਣੀ 'ਚ ਧਰਮਰਾਜ ਚਿੱਤਰਗੁਪਤ ਦਾ ਜ਼ਿਕਰ ਜ਼ਰੂਰ ਆਉਂਦਾ, ਪਰ ਇਹਦਾ ਜਿਹੜਾ ਜ਼ਿਕਰ ਆਉਂਦਾ ਨਾ ਨਿਰੰਕਾਰੀ ਹੁਕਮ ਜਾਂ ਨਿਯਮ ਵਜੋਂ ਵਰਤਿਆ ਗਿਆ ਹੈ, ਕੋਈ ਇਸ ਕਰਕੇ ਨਹੀਂ ਕੀਤਾ ਵੀ ਹੈਗੇ ਆ, ਕਿ ਉਸ ਵੇਲੇ ਸਾਰੇ ਸੀ। ਅਤੇ ਹੋਰ ਮੈਂ ਦੇਖਦਾ ਹੁੰਦਾ ਸਾਡੇ ਜਿਹੜੇ ਉੱਥੇ ਇੰਨੀਆਂ ਮਟੀਆਂ ਸਾਧੂ ਸਾਧੇ ਕਿਉਂ ਜ਼ਿਆਦਾ। ਮੈਂ ਦੇਖਦਾ ਨਾ, ਮੈਂ ਟੈਕਸੀ ਕਰੋ ਨਾ ਘਰ ਦਿੱਲੀ ਨੂੰ ਜਾਣ ਨੂੰ, ਰਾਹ 'ਚ ਡਰਾਈਵਰ ਕਈ ਜਗ੍ਹਾ ਮੱਥਾ ਟੇਕ। ਸੋ ਉਹਦਾ ਮਤਲਬ ਮੈਨੂੰ ਤਾਂ ਇਹੀ ਲੱਗਦਾ ਵੀ ਇਹ ਚਾਹੁੰਦੇ ਸੀ ਨਾ ਮੱਥਾ ਟੇਕਿਆ, ਅੱਜ ਸਾਡੀ ਲੋਟਰੀ ਨਿਕਲ ਆਵੇ, ਮੈਨੂੰ ਸੋਨੇ ਦੀਆਂ ਮੁੰਦੀਆਂ 4 ਡੱਲ ਲੱਭਣ। ਆਹੀ ਇੱਥੇ ਦੇਖ ਲਓ, ਅਸੀਂ ਜਾਂਦੇ ਹਾਂ ਇੱਥੇ ਲੰਡਨ ਨੂੰ, ਜਿੱਧਰ ਨੂੰ ਮਰਜ਼ੀ ਚਲੇ ਜਾਓ, ਰਾਜ ਕੋਈ ਇਹਨਾਂ ਦੀਆਂ ਮਟੀਆਂ ਆਉਂਦੀਆਂ, ਕਿਸੇ ਇਹਨਾਂ ਦੀਆਂ ਕਬਰਾਂ ਜਾਂ ਹੋਰ। ਅਸੀਂ ਜਿੰਨੇ ਵੀ ਮੰਨਦੇ ਅਸੀਂ ਉਨੇ ਬੇਈਮਾਨ ਆ। ਸੋ
ਅੱਧਾ ਕੁ ਮਿੰਟ ਰਹਿ ਗਿਆ ਜੀ, ਤੁਸੀਂ ਕੀ ਕਹੋਗੇ? ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜਿੱਥੇ ਜਿਹੜਾ ਸਾਡਾ ਨਾ ਅੱਜ ਤਾਂ ਤੁਸੀਂ ਮੱਥੇ ਟੇਕਣ ਦੀ ਗੱਲ ਕੀਤੀ ਆ, ਇਹ ਇੱਕ ਸੋਰਸਸ ਆਫ ਇਨਕਮ ਜਿਹੜੀ ਹੈ ਨਾ ਲੋਕਾਂ ਨੇ ਸ਼ੈਤਾਨ ਦਿਮਾਗ ਨੇ ਬਣਾ ਲਈ ਆ। ਜਿੰਨਾ ਜਿਹੜਾ ਸੋਨਾ ਆ ਆਪਣੇ ਨਾ ਮੰਦਰਾਂ ਦੇ ਦੇਵਤਿਆਂ ਦੇ ਕੋਲ ਆ ਨਾ, ਉਹਨਾਂ ਗਵਰਨਮੈਂਟ ਕੋਲ ਹੈ ਨਹੀਂ। ਬਿਲਕੁਲ ਤੁਸੀਂ ਦੇਖਿਆ ਹੋਊਗਾ ਕਿ ਮਨਮੋਹਨ ਸਿੰਘ ਦੀ ਗਵਰਨਮੈਂਟ ਨੇ 10 ਸੈਕਿੰਡ ਰਹਿ ਗਿਆ ਜੀ। ਕੁਰੇਸ਼ੀ ਫੜਿਆ ਸੀ। ਅੱਛਾ ਜੀ, ਟਾਈਮ ਹੁਣ ਹੋ ਗਿਆ ਤੇ ਦਰਸ਼ਕੋ ਅਗਲੇ ਹੋਰ ਸਬਜੈਕਟ ਲੈ ਅਸੀਂ ਮਾਫ ਕਰਨਾ, ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਜਿਹੜਾ ਯਕੀਨ ਹੋਵੇ, ਪਰ ਇਹ ਜਿਹੜਾ ਨਰਕ ਸਵਰਗ ਸਿਰਫ ਇੱਥੇ ਹੀ ਆ ਤੇ ਇਹਨੂੰ ਮੰਨਣਾ ਹੈ। ਤੇ ਜੈ ਗੁਰਦੇਵ ਜੀ। ਅੱਜ ਪਤਾ ਨਹੀਂ